कि रात के हनेरे दे विच ये लोग सरवाइव किवें करदे होणगे। ਜਿਹੜੇ ਪਿੰਡ ਦੀਆਂ ਗਲੀਆਂ ਅਜੇ ਤੱਕ ਨਹੀਂ ਬਣੀਆਂ ਤੇ ਉਹਨਾਂ ਪਿੰਡਾਂ ਦੇ ਵਿੱਚ ਸਟਰੀਟ ਲਾਈਟਸ ਦਾ ਕੀ ਹੋਊਗਾ ਹਾਲ, ਇਹ ਤੁਸੀਂ ਸਮਝ ਸਕਦੇ ਹੋ। ਤੁਸੀਂ ਇਹਨੂੰ ਚੱਲ ਜਾਓਗੇ ਸੜਕ ਤੇ ਤੁਹਾਨੂੰ ਲੰਘਿਆ ਨਹੀਂ ਜਾਣਾ, ਤੁਹਾਡੇ ਨਾ ਬੂਟ ਚਾਬਾਂ ਲਾ ਕੇ ਲੰਘਿਆ ਜਾਣਾ ਤੁਹਾਡੇ ਤੋਂ। ਸਾਡੇ ਪਿੰਡ ਦਾ ਕੋਈ ਹਾਲ ਨਹੀਂ, ਨਾ ਗਲੀ ਨਾਲੀ, ਨਾ ਕੋਈ ਬੱਸਾਂ ਦਾ ਸਿਸਟਮ, ਨਾ ਸਕੂਲ ਦਾ ਸਿਸਟਮ। ਆ ਜਿਹੜੀ ਕੁੱਤਾ ਸਰਕਾਰਾਂ ਦੋਵੇਂ ਅਕਾਲੀ ਤੇ ਕਾਂਗਰਸ ਵੀ ਖਾ ਗਈਆਂ ਲੁੱਟ ਕੇ ਪੰਜਾਬ ਨੂੰ। ਵੋਟਾਂ ਬਲਟੋਹਾ ਸਾਹਿਬ 10 ਸਾਲ ਰਹੇ ਆ। ਮੈਂ ਰਿਹਾ ਬਲਟੋਆ ਇੱਥੇ ਹੀ ਰਿਹਾ, ਬਲਟੋਆ ਕਿੱਥੇ ਰਿਹਾ? ਕੱਖ ਨਹੀਂ ਕੀਤਾ ਬਲਟੋਏ ਜੀ। ਪਰ ਉਹਨਾਂ ਨਾਲ ਮੈਂ ਇੰਟਰਵਿਊ ਕੀਤੀ, ਉਹਨਾਂ ਨੇ ਤਾਂ ਦੱਸਿਆ ਵੀ 10 ਸਾਲ ਕੰਮ ਹੀ ਬਹੁਤ ਕੀਤਾ। ਉਹ ਕਹਿੰਦੇ ਹੁਣ ਮੈਨੂੰ ਜਿਤਾਉਣਗੇ। ਜੇ ਤੂੰ ਕੀਤਾ ਤੇ ਆ ਗੰਦ ਇਸ ਤਰ੍ਹਾਂ ਹੀ ਹੁੰਦਾ, ਜੇ ਕੀਤਾ ਹੁੰਦਾ ਗੰਦ ਕਿਸ ਤਰ੍ਹਾਂ ਹੁੰਦਾ? ਤੁਸੀਂ ਭੁੱਲਰ ਸਾਹਿਬ ਨੂੰ ਲੈ ਕੇ ਆਏ। ਭੁੱਲਰ ਤੇ ਖੱਚ ਹੋ ਗਿਆ ਉਦੋਂ ਵੀ ਜ਼ਿਆਦਾ। ਨਹੀਂ ਅਸੀਂ ਗੁੱਸੇ ਦੇ ਮਾਰੇ ਆਖਣ ਦੇ ਸਾਡਾ ਕੀਤਾ ਹੋਵੇ ਤੇ ਕਰੀਏ, ਅਸੀਂ ਤੇ ਡੁੱਬ ਜਾਂਦੇ ਇੱਥੇ। ਐਨਾ ਨਾ ਪਾਣੀ ਹੁੰਦਾ। ਇਹ ਬੁੜੀਆਂ ਨੇ ਸਲਵਾਰਾਂ ਟੰਗੀਆਂ ਹੁੰਦੀਆਂ ਵਿਚਾਰੀਆਂ ਨੇ, ਬੱਚੇ ਪਿੜਦੀਆਂ ਜਾਂਦੀਆਂ ਇਹਨਾਂ ਦੇ। ਸਰਪੰਚਾਂ ਦੇ ਨਾ ਸਰਪੰਚਾਂ ਕੰਜਰਾਂ ਕੀਤਾ ਤੇ ਨਾ ਇਹਨਾਂ ਮੰਤਰੀਆਂ ਨੇ ਕੀਤਾ। ਬਹੁਤ ਗੰਦ ਹੈ ਪਿੰਡ ਵਿੱਚ, ਪੈਦਲ ਨਹੀਂ ਕੋਈ ਜਾ ਸਕਦਾ। ਕੋਈ ਰਿਸ਼ਤੇਦਾਰ ਆਉਂਦਾ ਵਾ ਉਹ ਵਿਚਾਰਾ ਮੁੜ ਜਾਂਦਾ ਅੱਡੇ ਜੋ ਕਿ ਅਸੀਂ ਵਾਂ ਪਿੰਡ 'ਚ ਵੜਨਾ ਕਿੱਦਾਂ। ਇਹੋ ਜਿਹਾ ਵਿਕਾਸ ਹੋਇਆ ਅਕਾਲੀ ਸਰਕਾਰ ਵੇਲੇ ਜੀ। ਚਲੋ ਲੋਕਾਂ ਦੇ ਕਾਰਡ ਵੀ ਬਣੇ ਆ, ਸਭ ਕੁਝ ਹੋਇਆ ਵਾ। ਕਾਂਗਰਸ ਹਰੀ ਦੇ ਅਰਕੀ ਸਾਡੇ ਪਿੰਡੋਂ ਜ਼ਿਆਦਾ ਨਹੀਂ ਤੇ 50% ਨਾਲ ਡੀਪੂ ਕਾਰਡ ਹੀ ਕੱਟਦੇ ਮਜ਼੍ਹਬੀ ਸਿੱਖਾਂ ਦੇ, ਜਿਹੜੇ ਵਿਚਾਰਿਆਂ ਨੂੰ ਜਿਨ੍ਹਾਂ ਨੂੰ ਮਿਲਦੀ ਉਹਨਾਂ ਨੂੰ ਉਹ ਵੀ ਨਹੀਂ ਮਿਲਦੀ ਹੁਣ। ਇਹ ਕਰਕੇ ਗੈਰਕੀ ਦੇ 5 ਸਾਲਾਂ ਬਹੁਤ ਬੇੜਾ ਹੀ ਗਰਕ ਹੋ ਚੁੱਕਾ ਵਾ। ਮੰਗ ਕੀ ਹੈ ਤੁਹਾਡੀ? ਜੇ ਹੁਣ ਕੋਈ ਪਾਰਟੀ ਤੁਹਾਡੇ ਕੋਲੇ ਵੋਟਾਂ ਮੰਗਣ ਆਉਂਦੀ ਆ, ਤੁਹਾਡੀ ਮੰਗ ਪਹਿਲੀ ਮੰਗ ਕਿਹੜੀ ਹੋਵੇ? ਸਾਡੇ ਆਪ ਹੀ ਜਿੰਨੇ ਵਿਹੜੇ ਮਜ਼੍ਹਬੀਆਂ ਸਿੰਘਾਂ ਦੇ ਇਹਨਾਂ ਦਾ ਕੰਮ ਹੋਣਾ ਚਾਹੀਦਾ। ਕਿਹੜਾ ਕਿਹੜਾ ਕੰਮ ਹੋਣਾ ਚਾਹੀਦਾ? ਆ ਗਲੀਆਂ ਗੁਲੀਆਂ ਬੱਚਿਆਂ ਦੀ ਤੇ ਸਾਨੂੰ ਖਾਣ ਨੂੰ ਜਿਹੜਾ ਕਾਰਡ ਕੂਡ ਨਹੀਂ ਕੱਟੇ ਜਾਂਦੇ ਇਹ ਸਾਨੂੰ ਮਿਲਦੇ। ਇੱਥੋਂ ਤੱਕ ਕਿ ਸਾਡੇ ਪਿੰਡ ਵਿੱਚ ਪਾਣੀ ਦਾ ਨਿਕਾਸ ਵੀ ਨਹੀਂ ਹੈਗਾ, ਯਾਨੀ ਕਿ ਵਾਟਰ ਸਪਲਾਈ ਦਾ ਕੋਈ ਨਿਕਾਸ ਨਹੀਂ ਹੈਗਾ। ਤੇ ਖਾਸ ਕਰਕੇ ਬੱਚਿਆਂ ਦੀ ਪੜ੍ਹਾਈ ਦਾ ਕੋਈ। ਤੁਹਾਡੀ ਪੜ੍ਹਾਈ ਕਿੱਥੋਂ ਤੱਕ ਹੋਈ? 10th ਤੱਕ। ਅੱਗੇ ਜੀ ਸਕੂਲ ਹੀ ਨਹੀਂ ਹੈਗਾ ਪਲੱਸ 2 ਤੱਕ ਤਾਂ ਸਰਕਾਰੀ। ਖਾਸ ਕਰਕੇ ਦੇਖੋ ਜੀ ਗਰੀਬ ਆ, ਹੁਣ ਬਾਹਰ ਜਾ ਕੇ ਤਾਂ ਪੜ੍ਹਨ ਨੂੰ ਰਹਿ। ਅਸੀਂ ਤਾਂ ਸਾਡੇ ਮਾੜਿਆਂ ਦੀ ਕੌਣ ਸੁਣਦਾ ਸਰਦਾਰ ਜੀ? ਨਹੀਂ ਸੁਣਦਾ, ਗਰੀਬਾਂ ਦੀ ਸਾਡੀ ਕੋਈ ਨਹੀਂ ਜੀ ਸਹਾਇਤਾ ਸੁਣਦਾ। ਬਾਪੂ ਜੀ ਨਸ਼ੇ ਦਾ ਕੀ ਹਾਲ ਆ? ਨਸ਼ਾ ਤੇ ਫਿਰ ਖਾਏ ਉਹਨਾਂ ਸਾਹਮਣੇ ਵਿਕਣ ਡਿਆ। ਲੀਡਰ ਆਪ ਕਾਉਣ ਡੇ ਨੇ ਤੇ ਲੀਡਰਾਂ ਨੂੰ ਨਹੀਂ ਪਤਾ ਵਿਕਦਾ। ਕਿਹਨੇ ਰੋਕਣਾ, ਕਿਹਨੇ ਆ? ਬਾਂਹ ਖੜੀ ਕਰੇ ਕੋਈ ਲੀਡਰ, ਉਹ ਮਾਰ ਦੇਣਗੇ, ਦੀ ਮਾਰ ਦੇਣਗੇ। ਉਹਨਾਂ ਕੋਲ ਕੀ ਜ਼ਰੂਰਤ ਆ? ਕੋਈ ਨਹੀਂ, ਸਭ ਕੁਛ ਨਸ਼ੇ ਵੀ ਵਿਕਣ ਡਏ ਨੇ, ਸ਼ਰਾਬਾਂ ਵਿਕਣ ਡਈਆਂ, ਕੁੱਲ ਚੀਜ਼ ਵਿਕਣ ਡਈ ਆ। ਵੈਸੇ ਤਕਲੀਫ ਹੁੰਦੀ ਹੈ ਜਿਹਨਾਂ ਲੋਕਾਂ ਨੇ ਮਾੜੇ ਆ ਤੰਗ ਕਰਨਗੇ, ਉਹ ਤੰਗ ਕਰਨਗੇ। ਨਹੀਂ ਮੈਂ ਨਹੀਂ। ਕੌਣ ਤੰਗ ਕਰਦਾ ਜੀ? ਕੌਣ ਤੰਗ ਕਰਦਾ? ਨਹੀਂ ਤੁਸੀਂ ਫਿਰ ਉਹਨਾਂ ਨੂੰ ਕਿਉਂ ਰੋਕੀ ਜਾਂਦੇ ਦੀ ਗੱਲ ਕਰਨ? ਮੈਂ ਨਹੀਂ ਹੁੰਦਾ। ਮਗਰਮੱਛ ਨੇ ਵੱਡੇ ਦੋਵੇਂ ਪਾਰਟੀਆਂ। ਕੌਣ ਮਗਰਮੱਛ ਨੇ? ਨਸ਼ਾ ਕਰਕੇ ਉਹ ਮੈਡਮ ਵੇਖੋ ਹਾਲਤ ਕੀ ਹੋਇਆ ਤਾਂ। ਜਦੋਂ ਹੁਣ ਪਹਿਲਾਂ ਤਰਨ ਤਾਰਨ ਵਾਲੀਆਂ ਗੋਲੀਆਂ ਲਾਤੀਆਂ ਤੇ ਹੁਣ ਬੰਦ ਕਰਤੀਆਂ ਤੇ ਜਾਣ ਕਿੱਥੇ ਦੱਸੋ? ਹੁਣ ਆੜੀਆਂ ਦੇ ਸਰਕਾਰੀ ਹਸਪਤਾਲ ਜਿਹੜੀਆਂ ਦਿੰਦੇ ਸਰਕਾਰੀ, ਉਹ ਤਾਂ ਸਰਕਾਰੀ ਹਸਪਤਾਲ ਤਾਂ ਕਹਿੰਦੇ ਵੀ ਅਸੀਂ ਨਸ਼ਾ ਛਡਾਉਣ ਨੂੰ ਕਾਹਨੂੰ ਨਸ਼ਾ ਲਾਉਣ ਵਾਸਤੇ ਦਿੰਦੇ, ਛਡਾਉਣ ਨਹੀਂ ਥੋੜੀ ਦਿੰਦੇ। ਹੁਣ ਜਿਨ੍ਹਾਂ ਨੂੰ ਮਿਲਦੀਆਂ ਉਹਨਾਂ ਵਿਚਾਰਿਆਂ ਨੂੰ ਪੁੱਛ ਕੇ ਦੇਖੋ ਹਾਲ ਕੀ ਬਣਦੀ ਇਹਨਾਂ ਦੀ। ਡਰੱਗ ਛਡਾਵਾਂਗੇ ਪਰ ਨਹੀਂ, ਉਹ ਡਰੱਗ ਤੇ ਲਾਉਂਦੇ ਆ। ਸਤਿ ਸ਼੍ਰੀ ਅਕਾਲ, ਔਨ-에ਅਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਮਨ ਤੂਰ। ਮਾਝੇ ਦਾ ਚੋਣ ਦੰਗਲ ਜਿੱਥੇ ਭਖਿਆ ਹੋਇਆ, ਉੱਥੇ ਨਾਲ ਦੀ ਨਾਲ ਮਾਝੇ ਏਰੀਏ ਦੇ ਵਿੱਚ ਹੋਇਆ ਵਿਕਾਸ, ਉਸ ਦੀਆਂ ਤਸਵੀਰਾਂ ਵੀ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ। ਔਰ ਖਾਸ ਪਿੰਡ ਇੱਕ ਜਿਹਦੀ ਮਸ਼ਹੂਰੀ ਆਸ-ਪਾਸ ਦੇ ਪਿੰਡਾਂ ਦੇ ਵਿੱਚ, ਆਸ-ਪਾਸ ਦੇ ਲੋਕਾਂ ਦੇ ਵਿੱਚ, ਮਾਝੇ ਦੇ ਵਿੱਚ ਇਸ ਗੱਲ ਦੀ ਹੈ ਕਿ ਇਸ ਪਿੰਡ ਦੇ ਵਿੱਚ ਆਜ਼ਾਦੀ ਤੋਂ ਇੰਨੇ ਸਾਲ ਬਾਅਦ ਬੀਤ ਜਾਣ ਦੇ ਬਾਵਜੂਦ ਵੀ, ਵੱਖ-ਵੱਖ ਪਾਰਟੀਆਂ ਦੇ ਵੱਲੋਂ ਸੱਤਾ ਤੇ ਕਾਬਜ਼ ਹੋਣ ਦੇ ਬਾਵਜੂਦ ਵੀ ਪਿੰਡ ਦੀ ਇੱਕ ਗਲੀ ਬਣੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 50 ਲੱਖ ਰੁਪਇਆ ਉਸ ਗਲੀ ਦੇ ਉੱਤੇ ਖਰਚਾ ਆਇਆ। ਤੁਹਾਨੂੰ ਦਿਖਾ ਦਿੰਨੀ ਆ, ਵਾਂ ਪਿੰਡ ਹੈਗਾ ਇਹ। ਤਕਰੀਬਨ ਜਿਹੜੀ ਆ ਡਿਫੈਂਸ ਸਰਹੱਦ ਹੈਗੀ ਆ ਉਹਦੇ ਤੋਂ 1.5 ਕਿਲੋਮੀਟਰ ਪਿੱਛੇ, ਔਰ ਜਿਹੜੀ ਫਸਟ ਡਿਫੈਂਸ ਲੇਨ ਹੈਗੀ ਆ ਉਹਦੇ ਤੋਂ 4 ਕਿਲੋਮੀਟਰ ਅੱਗੇ ਹੈਗਾ। ਸੋ ਦੋ ਜਿਹੜੀਆਂ ਮੇਨ ਡਿਫੈਂਸ ਲੇਨ ਹੈਗੀਆਂ ਉਹਦੇ ਵਿਚਕਾਰ ਇਹ ਪਿੰਡ ਵਸਿਆ ਹੋਇਆ ਹੈ। ਔਰ ਇਤਿਹਾਸਕ ਪੱਖੋਂ ਭਾਈ ਤਾਰੂ ਜੀ ਦੇ ਨਾਲ ਸੰਬੰਧਿਤ ਇਹ ਪਿੰਡ ਬਹੁਤ ਅਮੀਰ ਪਿੰਡ ਹੈ। ਪਰ ਇਸ ਪਿੰਡ ਦੇ ਹਾਲਾਤ ਕੀ ਆ? ਇਸ ਵੇਲੇ ਕਾਂਗਰਸ ਜਿਹੜੀ ਹੈ ਇੱਥੇ ਸੱਤਾ ਦੇ ਤੌਰ ਦੇ ਉੱਤੇ ਕਾਬਜ਼ ਆ, ਪਰ ਇਸ ਪਿੰਡ ਦੀ ਜੇ ਗਲੀ ਦੇਖੀਏ, ਹਰ ਗਲੀ ਦੇ ਵਿੱਚ ਤੁਹਾਨੂੰ ਕੂੜਾ ਔਰ ਚਿੱਕੜ ਨਜ਼ਰ ਆਊਗਾ ਕਿਉਂਕਿ ਮੀਂਹ ਪਿਆ ਹੋਇਆ। ਔਰ ਹਾਲਾਤ ਜਿਹੜੇ ਆ ਬੱਤਰ ਆ। ਇੱਕ ਗਲੀ ਦੱਸਿਆ ਜਾ ਰਿਹਾ ਕਿ ਸਿਰਫ ਤੇ ਸਿਰਫ ਇੱਕ ਗਲੀ ਬਣੀ ਹੋਈ ਆ
ਔਰ ਇੱਥੇ ਬਹੁਤ ਸਾਰੇ ਲੋਕ ਮੌਜੂਦ ਉਹਨਾਂ ਨਾਲ ਵੀ ਗੱਲ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਖਾਸ ਤੌਰ ਤੇ ਜਦੋਂ ਅਸੀਂ ਆਪਣੇ ਵਿਕਸਿਤ ਪਿੰਡਾਂ ਦੇ ਵੱਲੋਂ ਇਧਰ ਨੂੰ ਆਈਏ ਤੇ ਇਹ ਸੋਚੀਦਾ ਕਿ ਰਾਤ ਦੇ ਹਨੇਰੇ ਦੇ ਵਿੱਚ ਇਹ ਲੋਕ ਸਰਵਾਈਵ ਕਿਵੇਂ ਕਰਦੇ ਹੋਣਗੇ। ਜਿਹੜੇ ਪਿੰਡ ਦੀਆਂ ਗਲੀਆਂ ਅਜੇ ਤੱਕ ਨਹੀਂ ਬਣੀਆਂ ਤੇ ਉਹਨਾਂ ਪਿੰਡਾਂ ਦੇ ਵਿੱਚ ਸਟਰੀਟ ਲਾਈਟਸ ਦਾ ਕੀ ਹੋਊਗਾ ਹਾਲ, ਇਹ ਤੁਸੀਂ ਸਮਝ ਸਕਦੇ ਹੋ। ਪਿੰਡ ਦੀ ਸਾਫ਼ ਸਫਾਈ ਦਾ ਤੁਸੀਂ ਦੇਖ ਹੀ ਸਕਦੇ ਹੋ ਹਾਲਾਤ ਕਿਵੇਂ ਦੇ ਬਣੇ ਹੋਏ ਆ। ਬਹੁਤ ਸਾਰੇ ਨੌਜਵਾਨ ਆਸ-ਪਾਸ ਹੈਗੇ। ਮੈਂ ਚਾਹੁੰਦੀ ਇੱਕ ਵਾਰੀ ਇਕੱਠੇ ਹੋ ਜਾਓ ਵੀਰ ਜੀ, ਆਪਾਂ ਗੱਲਬਾਤ ਵੀ ਕਰ ਲਈਏ। ਇਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਇਹਨਾਂ ਪਿੰਡਾਂ ਦੇ ਵਿੱਚ ਜੇ ਅਜੇ ਤੱਕ ਗਲੀ ਕੋਈ ਨਹੀਂ ਬਣੀ ਹੋਈ ਤੇ ਇਹਨਾਂ ਪਿੰਡਾਂ ਦੇ ਵਿੱਚ ਸਕੂਲ, ਬੱਸਾਂ ਦਾ, ਹੋਰ ਕਾਸੇ ਦਾ ਕੀ ਹਾਲ ਹੋਊਗਾ, ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ। ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ ਤੁਹਾਡੇ? ਵਧੀਆ। ਕੀ ਨਾਮ ਆ ਤੁਹਾਡਾ? ਜਗਰਾਜ ਸਿੰਘ। ਤੁਹਾਡੇ ਪਿੰਡ ਦੇ ਵਿੱਚ ਗਲੀਆਂ ਨਾਲੀਆਂ ਦਾ ਕੀ ਹਾਲ ਚਾਲ ਆ? ਇਹ ਤਾਂ ਮੈਡਮ ਤੁਸੀਂ ਦੇਖ ਹੀ ਸਕਦੇ, ਵੇਖ ਲਓ। ਤੁਸੀਂ ਇਹਨੂੰ ਚੱਲ ਜਾਓਗੇ ਸੜਕ ਤੇ, ਤੁਹਾਨੂੰ ਲੰਘਿਆ ਨਹੀਂ ਜਾਣਾ, ਤੁਹਾਡੇ ਨਾ ਬੂਟ ਚਾਬਾਂ ਲਾ ਕੇ ਲੰਘਿਆ ਜਾਣਾ ਤੁਹਾਡੇ ਤੋਂ। ਅੱਛਾ। ਹਾਂਜੀ। ਤੇ ਇਸ ਪਿੰਡ ਦੇ ਵਿੱਚ ਸਕੂਲ ਜਾਂ ਫਿਰ ਬੱਸਾਂ ਜਾਂ ਕਿਤੇ ਜਾਣ ਆਉਣ ਨੂੰ ਪੜਨ ਦੀ ਬੱਚਿਆਂ ਦੇ ਲਈ ਕੀ ਕੁਝ ਹੈਗਾ? ਕੁਝ ਨਹੀਂ ਹੈਗਾ। ਲੇਟ ਹੀ ਬੱਸਾਂ ਨਹੀਂ ਜਾਂਦੀਆਂ, ਬੱਸਾਂ ਆਪਦੀ ਮਰਜ਼ੀ ਨਾਲ ਜਾਂਦੀਆਂ ਨੇ। ਹਾਂ। ਤੇ ਕੋਈ ਜਾਣ ਨੂੰ ਸੰਦ ਨਹੀਂ ਹੈਗੇ। ਜਦੋਂ ਜੀ ਕਰਦਾ ਉਦੋਂ ਜਾਂਦੇ, ਜਦੋਂ ਜੀ ਕਰਦਾ ਨਹੀਂ ਜਾਂਦੀਆਂ। ਪੱਕੀ ਸਰਵਿਸ ਕੋਈ ਨਹੀਂ? ਪੱਕੀ ਕੋਈ ਨਹੀਂ ਗੀ। ਤੇ ਜੇ ਫਿਰ ਜਿਹੜੇ ਬੱਚੇ ਆ ਇੱਥੇ ਪੜ੍ਹਨਾ, ਉਹਨਾਂ ਨੇ ਜੇ ਕੋਈ ਹਾਇਰ ਐਜੂਕੇਸ਼ਨ ਦੇ ਲਈ ਕਿਤੇ ਜ਼ਿਆਦਾ ਪੜ੍ਹਾਈ ਕਰਨ ਦੇ ਲਈ ਜਾਣਾ ਹੋਵੇ, ਉਹਨਾਂ ਦੇ ਲਈ ਫਿਰ ਕੀ ਪ੍ਰਬੰਧ ਹੈ? ਉਹ ਇਦਾਂ ਹੀ ਆ, ਬੱਸਾਂ ਬੁੱਸਾਂ ਕੋਈ ਚੱਲ ਜਾਂਦਾ, ਕੋਈ ਲੇਟ ਹੋ ਜਾਂਦਾ। ਪ੍ਰਾਈਵੇਟ ਬੱਸਾਂ ਲੱਗੀਆਂ ਨੇ ਜੀ। ਹਾਂ, ਪ੍ਰਾਈਵੇਟ ਬੱਸਾਂ ਲੱਗੀਆਂ ਨੇ। ਹਾਂ। ਸਕੂਲ ਜਾਣ ਦੇ ਲਈ ਇੱਥੇ ਕੋਈ ਸਕੂਲ ਵਗੈਰਾ ਬਣੇ ਹੋਏ ਆ? ਇਹ ਇੱਕ ਸਰਕਾਰੀ ਆ, ਦੋ ਸਰਕਾਰੀ ਆ ਤੇ ਇੱਕ ਪ੍ਰਾਈਵੇਟ ਆ। ਕਿਹੜੀ ਕਿਹੜੀ ਕਲਾਸ ਤੱਕ ਹੈ? ਇੱਕ 10ਵੀਂ ਤੱਕ ਆ, ਇੱਕ 6ਵੀਂ ਤੱਕ ਆ। ਅੱਛਾ। ਬਾਈ ਜੀ, ਕੀ ਹਾਲ ਚਾਲ ਹੈ? ਵਿਕਾਸ ਪਿੰਡ ਦਾ ਕਿੰਨਾ ਕੁ ਹੋਇਆ ਹੋਇਆ? ਉਹ ਤੁਹਾਂ ਵੇਖ ਹੀ ਲਿਆ ਵਾ, ਵਿਕਾਸ ਤਾਂ ਵੇਖ ਕੇ ਹੀ ਆਏ ਜੇ, ਫੇਰ ਹੀ ਸਾਨੂੰ ਪੁੱਛਣ ਡਿਆ ਜੇ। ਸਾਡੇ ਪਿੰਡ ਦਾ ਕੋਈ ਹਾਲ ਨਹੀਂ, ਨਾ ਗਲੀ ਨਾਲੀ, ਨਾ ਕੋਈ ਬੱਸਾਂ ਦਾ ਸਿਸਟਮ, ਨਾ ਸਕੂਲ ਦਾ ਸਿਸਟਮ। ਜਵਾਕ ਪੜਾਉਣ ਡਏ ਆ, ਖਰਚਾ ਵੀ ਲਾਉਣ ਡਏ ਆ, 1000 ਰੁਪਇਆ ਮਹੀਨੇ ਦਾ ਭਰਨ ਡਏ ਆ। ਅੱਛਾ। ਕਿਰਾਇਆ 1000 ਭਰਨ ਡਏ ਆ। ਤੇ ਇੱਥੇ ਪਿੰਡ ਦਾ ਵਿਕਾਸ ਕੀ ਸਾਡੇ ਦਾ ਦੱਸੋ? ਵੋਟਾਂ ਪਾਉਣੇ ਆ ਹਰ ਵਾਰੀ? ਵੋਟਾਂ ਪਾਉਂਦੇ ਆ, ਅੱਛਾ, ਉਹਦੇ ਬਾਵਜੂਦ ਵਿਕਾਸ ਨਹੀਂ ਹੋਇਆ? ਕੱਖ ਵੀ ਨਹੀਂ ਹੋਇਆ। ਕੁਝ ਹੋਰ ਬਜ਼ੁਰਗ ਵੀ ਜਿਹੜੇ ਮੌਜੂਦ ਆ, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ। ਬਾਪੂ ਜੀ, ਕੀ ਹਾਲ ਚਾਲ ਆ? ਕਿਉਂਕਿ ਪਿੰਡ ਦੇ ਵਿੱਚ ਮੰਨਿਆ ਗਿਆ ਕਿ ਤੁਹਾਡੇ ਪਿੰਡ ਦੀ ਪਛਾਣ ਇਸ ਚੀਜ਼ ਤੋਂ ਆ ਵੀ ਇੱਕ ਗਲੀ ਬਣੀ ਹੋਈ ਆ ਪਿੰਡ 'ਚ। ਆਜ਼ਾਦੀ ਦੇ ਸਾਲਾਂ ਬਾਅਦ ਵੀ ਆ ਜਿਹੜੀ ਸਰਕਾਰਾਂ ਦੋਵੇਂ, ਕਾਲੀ ਤੇ ਕਾਂਗਰਸ ਵੀ ਖਾ ਗਈਆਂ ਲੁੱਟ ਕੇ ਪੰਜਾਬ ਨੂੰ। ਕੋਈ ਵਿਕਾਸ ਨਹੀਂ ਹੋਇਆ। ਆ ਤੁਸੀਂ ਵੇਖਣ ਡਏ ਜੇ। ਅਜੇ ਗਾਂ ਵੀ ਤੁਹਾਨੂੰ ਲੈ ਜਾਈਏ ਵੀਦੀ ਤੇ ਇਹਦੋਂ ਵੀ ਜ਼ਿਆਦਾ। ਕਾਹਦੀਆਂ ਸਰਕਾਰਾਂ ਨੇ ਖਾਣ ਬਦਲੇ ਭੱਜੇ ਫਿਰਦੇ ਕੁਰਸੀਆਂ ਨੂੰ। ਤੀਜਾ ਤੇ ਆਉਣਾ ਚਾਹੀਦਾ, ਤੀਜਾ। ਵੋਟਾਂ ਪਾਵਾਂਗੇ। ਬਲਟੋਹਾ ਸਾਹਿਬ 10 ਸਾਲ ਰਹੇ ਆ। ਮੈਂ ਸਾਲ ਰਿਹਾ ਬਲਟੋਆ, ਇੱਥੇ ਹੀ ਰਿਹਾ। ਬਲਟੋਆ ਕਿੱਥੇ ਰਿਹਾ ਹੈ? ਕੱਖ ਨਹੀਂ ਕੀਤਾ ਬਲਟੋਏ ਦੀ। ਪਰ ਉਹਨਾਂ ਨਾਲ ਮੈਂ ਇੰਟਰਵਿਊ ਕੀਤੀ, ਉਹਨਾਂ ਨੇ ਤਾਂ ਦੱਸਿਆ ਵੀ 10 ਸਾਲ ਕੰਮ ਹੀ ਬਹੁਤ ਕੀਤਾ। ਉਹ ਕਹਿੰਦੇ ਹੁਣ ਮੈਨੂੰ ਜਿਤਾਉਣਗੇ ਲੋਕ। ਜੇ ਤੂੰ ਕੀਤਾ ਤੇ ਆ ਗੰਦ ਇਸ ਤਰ੍ਹਾਂ ਹੀ ਹੁੰਦਾ। ਜੇ ਕੀਤਾ ਹੁੰਦਾ ਗੰਦ ਕਿਸ ਤਰ੍ਹਾਂ ਹੁੰਦਾ? ਫਿਰ ਤੁਸੀਂ ਭੁੱਲਰ ਸਾਹਿਬ ਨੂੰ ਲੈ ਕੇ ਆਏ? ਭੁੱਲਰ ਤੇ ਖੱਚ ਹੋ ਗਿਆ ਉਦੋਂ ਵੀ ਜ਼ਿਆਦਾ। ਨਹੀਂ ਕੀਤਾ ਕੰਮ। ਨਹੀਂ, ਅਸੀਂ ਗੁੱਸੇ ਦੇ ਮਾਰੇ ਆਖਣ ਦੇ ਸਾਡਾ ਕੀਤਾ ਹੋਵੇ ਤੇ ਕਰੀਏ, ਅਸੀਂ ਤੇ ਡੁੱਬ ਜਾਂਦੇ ਇੱਥੇ। ਜੀ। ਐਨਣਾ ਪਾਣੀ ਹੁੰਦਾ। ਇਹ ਬੁੜੀਆਂ ਨੇ ਸਲਵਾਰਾਂ ਟੰਗੀਆਂ ਹੁੰਦੀਆਂ ਵਿਚਾਰੀਆਂ ਨੇ, ਬੱਚੇ ਪਿੜਦੀਆਂ ਜਾਂਦੀਆਂ ਇਹਨਾਂ ਦੇ। ਸਰਪੰਚਾਂ ਦੇ ਨਾ ਸਰਪੰਚਾਂ ਕੰਜਰਾਂ ਕੀਤਾ ਤੇ ਨਾ ਇਹਨਾਂ ਮੰਤਰੀਆਂ ਨੇ ਕੀਤਾ। ਕਹਿੰਦੇ ਬਾਪੂ ਜੀ ਆ ਗਲੀ ਤੇ ਮੈਂਬਰਾਂ ਸਾਰਿਆਂ ਲੋਕ ਟਾਇਲ ਲੱਗੀ, ਜਾ ਕੇ ਵੇਖ ਲਓ ਜਿੰਨੇ ਮੈਂਬਰ ਨੇ, ਹੋਰ ਕਿਸੇ ਦੀ ਵਿਖਾਓ ਪਿੰਡ 'ਚ ਲੱਗੀ। ਨਹੀਂ, ਉਹ ਦੂਜੇ ਪਿੰਡ ਦੇ ਵਿੱਚ ਵਿਚਰਦੇ ਨਹੀਂ, ਬਾਕੀ ਗਲੀਆਂ 'ਚ ਵਿੱਚੋਂ ਵਿਚਰ ਕੇ ਕੋਈ ਨਹੀਂ ਵਿਚਰਦਾ। ਜਦੋਂ ਵੋਟਾਂ ਲੈ ਲੀਆਂ ਕੁਰਸੀਆਂ ਤੇ ਬਹਿ ਗਏ, ਮੁੜ ਕੇ ਕਿਹਨੇ ਵਿਚਰਨਾ? ਮੁੜ ਕੇ ਨਹੀਂ ਕੋਈ ਆਉਂਦਾ। ਬਾਪੂ ਜੀ, ਕੀ ਲੱਗਦਾ ਹੈ? ਕਿਉਂਕਿ ਮੈਂ ਦੇਖਿਆ ਕਿ ਇੱਕ ਪਹਿਲੀ ਲੇਨ ਆ, ਉਹਦੇ ਤੋਂ 3-4 ਕਿਲੋਮੀਟਰ ਅੱਗੇ ਬੈਠੇ ਆ, ਸਰਹੱਦ ਤੁਹਾਡੇ ਤੋਂ 1.5 ਕਿਲੋਮੀਟਰ ਅੱਗੇ ਆ। ਕੀ ਲੱਗਦਾ ਹੈ ਇੱਥੋਂ ਦੇ ਬੱਚਿਆਂ ਦੀ ਜ਼ਿੰਦਗੀ ਸਵਾਰਨ ਦੇ ਲਈ ਇੱਕ ਜਿਹੜੇ ਬਹੁਤ ਜ਼ਰੂਰੀ ਚੀਜ਼ਾਂ ਕਰਨੀਆਂ ਚਾਹੀਦੀਆਂ, ਸਕੂਲ, ਕਾਲਜ, ਕੋਈ ਸੋਹਣਾ ਬੱਸਾਂ ਦਾ ਪ੍ਰਬੰਧ ਹੋਵੇ, ਬੱਚੇ ਟਾਈਮ ਨਾਲ ਜਾ ਕੇ ਪੜ੍ਹ ਸਕਣ, ਬੱਚਿਆਂ ਦੀ ਪੜ੍ਹਾਈ ਦਾ ਹਾਲ ਕੀ ਹੈ? ਇਹਨਾਂ ਨੂੰ ਪੁੱਛੋ, ਕੋਈ ਬੱਸ ਲਵਾਈ ਨੇ? ਕੋਈ ਸਕੂਲ ਬਣਵਾਇਆ ਨੇ? ਕੋਈ ਕੱਖ ਨਹੀਂ। ਬੱਚੇ ਵਿਚਾਰੇ ਉਹ ਗਰੀਬਾਂ ਦੇ ਜਿਹੜੇ, ਉਹਨਾਂ ਨੂੰ ਪਾਪ ਘਾਟਾ ਦੇਤਾ, ਖਾ ਗਏ ਤੇ ਉਹ ਘਰ ਨੂੰ ਚਲੇ ਗਏ ਵਿਚਾਰੇ ਬਸਤੇ ਫੜ ਕੇ। ਕੋਈ ਪੜ੍ਹਾਈ ਨਹੀਂ, ਕੋਈ ਵੀ ਗੱਲ ਪੁੱਛ ਲਓ, ਕੋਈ ਚੀਜ਼ ਨਹੀਂ ਹੋਈ ਇੱਥੇ। ਆ ਛੱਪੜਾਂ ਦੇ ਵਿੱਚ ਗੰਦ ਜਾ, ਇੱਥੇ ਬੈਠੇ ਜੇ ਜੀ। ਇਹੋ ਕੁਝ ਜੇ ਸਾਰੇ ਪਿੰਡ 'ਚ ਇਹੋ ਹੀ ਜੇ। ਹੋਰ ਨਾ ਪਿੰਡਾਂ 'ਚ ਵੀ ਹੋਊਗਾ ਜੀ। ਤੇ ਬਾਪੂ ਜੀ, ਨਸ਼ੇ ਦਾ ਕੀ ਹਾਲ ਆ? ਨਸ਼ਾ ਤੇ ਫਿਰ ਖਾਏ ਉਹਨਾਂ ਸਾਹਮਣੇ ਵਿਕਣ ਡਿਆ। ਲੀਡਰ ਆਪ ਵਿਕਾਉਣ ਡਏ ਨੇ ਤੇ ਲੀਡਰਾਂ ਨੂੰ ਨਹੀਂ ਪਤਾ ਵਿਕਦਾ। ਕੋਈ ਰੋਕਦਾ ਨਹੀਂ? ਕਿਹਨੇ ਰੋਕਣਾ? ਕਿਹਨੇ ਆ? ਬਾਂਹ ਖੜੀ ਕਰੇ ਕੋਈ ਲੀਡਰ? ਉਹ ਮਾਰ ਦੇਣਗੇ, ਧੀ ਦੀ ਮਾਰ ਦੇਣਗੇ। ਉਹਨਾਂ ਕੋਲ ਕੀ ਜ਼ਰੂਰਤ ਆ?
ਕੋਈ ਨਹੀਂ, ਸਭ ਕੁਝ ਨਸ਼ੇ ਵੀ ਵਿਕਣ ਡਏ ਨੇ, ਸ਼ਰਾਬਾਂ ਵਿਕਣ ਡਈਆਂ, ਕੁੱਲ ਚੀਜ਼ ਵਿਕਣ ਡਈ ਆ। ਇੱਕ ਬਾਪੂ ਜੀ ਹੋਰ ਆ, ਇਹਨਾਂ ਤੋਂ ਵੀ ਪੁੱਛ ਹੀ ਲਈਏ। ਬਾਪੂ ਜੀ ਤੁਸੀਂ ਗੱਲ ਦੱਸਣ ਦੀ ਕੋਸ਼ਿਸ਼ ਕਰ ਰਹੇ ਹੋ, ਵੈਸੇ ਤਕਲੀਫ ਹੁੰਦੀ ਹੈ ਜਿਨ੍ਹਾਂ ਲੋਕਾਂ ਨੇ ਮਾੜੇ ਆ, ਤੰਗ ਕਰਨਗੇ, ਉਹ ਤੰਗ ਕਰਨਗੇ। ਨਹੀਂ ਮੈਂ ਨਹੀਂ ਕੌਣ ਤੰਗ ਕਰਦਾ ਜੀ? ਕੌਣ ਤੰਗ ਕਰਦਾ? ਨਹੀਂ ਤੁਸੀਂ ਫਿਰ ਉਹਨਾਂ ਨੂੰ ਕਿਉਂ ਰੋਕੀ ਜਾਂਦੇ ਸੀ ਗੱਲ ਕਰਨ ਤੋਂ? ਨਹੀਂ ਮੈਂ ਨਹੀਂ ਆਉਂਦਾ। ਮਗਰਮੱਛ ਨੇ ਉਹ ਵੱਡੇ ਦੋਵੇਂ ਪਾਰਟੀਆਂ। ਕੌਣ ਮਗਰਮੱਛ ਨੇ? ਕੌਣ ਮਗਰਮੱਛਾ ਬਾਪੂ ਜੀ? ਜਾਓ ਤੁਸੀਂ ਭਰਾਵਾ। ਨਹੀਂ ਆ ਹਾਲਾਤ ਆ ਜੀ ਇਸ ਪਿੰਡ ਦੇ। ਹਾਲਾਂਕਿ ਇਸ ਸਮੇਂ ਦੇ ਵਿੱਚ ਬੱਚੇ ਜਿਹੜੇ ਆ ਪੜ੍ਹ ਲਿਖ ਕੇ ਕੁਝ ਮੈਚੁਰ ਹੋ ਜਾਂਦੇ ਆ, ਬੱਚੇ ਆਪਣੀਆਂ ਪ੍ਰੋਬਲਮਾਂ ਵੀ ਦੱਸ ਰਹੇ ਆ, ਪਰ ਇੱਥੇ ਕੁਝ ਐਦਾਂ ਦਾ ਫੀਲ ਹੋ ਰਿਹਾ ਜਿਵੇਂ ਕੋਈ ਤਮਾਸ਼ਾ ਹੋ ਰਿਹਾ ਹੋਵੇ। ਦੁੱਖ ਤਕਲੀਫਾਂ ਹੈਗੀਆਂ ਇਸ ਪਿੰਡ ਦੇ ਵਿੱਚ, ਸਕੂਲ ਨਹੀਂ ਆ ਪ੍ਰੋਪਰ, ਗਲੀਆਂ ਪ੍ਰੋਪਰ ਨਹੀਂ ਬਣੀਆਂ ਹੋਈਆਂ, ਰੋਜ਼ਗਾਰ ਨਹੀਂ ਆ, ਪੜ੍ਹਾਈ ਦਾ ਕੋਈ ਸਾਧਨ ਨਹੀਂ ਆ, ਔਰ ਖਾਸ ਤੌਰ ਤੇ ਜੇ ਮੁੰਡਿਆਂ ਦੀ ਪੜ੍ਹਾਈ ਦਾ ਇਹ ਹਾਲ ਆ, ਮੁੰਡੇ ਇਸ ਤਰ੍ਹਾਂ ਵਿਹਲੇ ਚੁਰਾਇਆਂ ਦੇ ਵਿੱਚ ਬੈਠੇ ਆ, ਤੇ ਕੁੜੀਆਂ ਦੀ ਪੜ੍ਹਾਈ ਦਾ ਹਾਲ ਕੀ ਹੋਊਗਾ ਅਸੀਂ ਸੋਚ ਸਮਝ ਸਕਦੇ ਆ। 75 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਆਜ਼ਾਦੀ ਮਿਲੀ ਨੂੰ, ਔਰ ਸਰਹੱਦੀ ਪਿੰਡਾਂ ਦਾ ਜਿੱਥੇ ਜ਼ਿਆਦਾ ਵਿਕਾਸ ਹੋਣਾ ਚਾਹੀਦਾ, ਔਰ ਜਿਹਦੇ ਆਗੂ ਬਾਹਾਂ ਉਲਾਰ ਕੇ ਵਿਕਾਸ ਦਾ ਦਾਵਾ ਕਰਦੇ ਆ ਕਿ ਕੋਈ 5 ਸਾਲ ਸੱਤਾ ਦੇ ਵਿੱਚ ਰਿਹਾ, ਕੋਈ 10 ਸਾਲ ਰਿਹਾ, ਉਹਨਾਂ ਦਾ ਕਹਿਣਾ ਕਿ ਅਸੀਂ ਬਹੁਤ ਵਿਕਾਸ ਕੀਤਾ, ਅਸੀਂ ਇੱਥੋਂ ਤੱਕ ਵਿਕਾਸ ਕੀਤਾ ਕਿ ਪਿੰਡਾਂ ਦੇ ਵਿੱਚੋਂ ਜਿਹੜੇ ਲੋਕ ਖੇਤਾਂ ਦੇ ਵਿੱਚ ਰਹਿੰਦੇ ਆ ਉਹਨਾਂ ਦੇ ਘਰਾਂ ਨੂੰ ਜਾਂਦੇ ਪਰਸਨਲ ਪਹੇ ਵੀ ਅਸੀਂ ਪੱਕੇ ਕਰਵਾ ਦਿੱਤੇ ਆ। ਪਰ ਇਹ ਇੱਕ ਵਾਂ ਪਿੰਡ ਆ ਜਿਹਦੀ ਇੱਕ ਅਮੀਰ ਇਤਿਹਾਸ ਆ, ਭਾਈ ਤਾਰੂ ਜੀ ਦੇ ਨਾਲ ਸੰਬੰਧਿਤ ਪਿੰਡ ਆ। ਪਰ ਇਸ ਵੇਲੇ ਇਸ ਪਿੰਡ ਦੀ ਪਹਿਚਾਣ ਤੁਸੀਂ ਮਾਝੇ ਦੇ ਵਿੱਚ ਜਿੱਥੇ ਵੀ ਕਿਤੇ ਗੱਲ ਕਰੋ ਤੁਹਾਨੂੰ ਉਹ ਪਹਿਚਾਣ ਦੱਸਣਗੇ ਕਿ ਇਸ ਪਿੰਡ ਦੀ ਇੱਕ ਗਲੀ ਬਣੀ ਹੋਈ ਆ, ਉਹ ਵੀ ਲੱਖਾਂ ਦੇ ਵਿੱਚ, ਤੇ ਬਾਕੀ ਸਾਰਾ ਪਿੰਡ ਹਨੇਰਾ ਹੁੰਦਿਆਂ ਹੀ ਹਨੇਰੇ ਦੇ ਵਿੱਚ ਡੁੱਬ ਜਾਂਦਾ ਤੇ ਗਲੀ ਕੋਈ ਨਹੀਂ ਬਣੀ ਹੋਈ। ਅਣਜਾਣ ਆਦਮੀ ਇੱਥੇ ਆਵੇ ਤੇ ਸ਼ਾਇਦ ਸੱਟਾਂ ਫੇਟਾਂ ਖਾ ਕੇ ਵਾਪਸ ਜਾਵੇ। ਇਹਦੀਆਂ ਹੋਰ ਕੁਝ ਗਲੀਆਂ ਦਾ ਨਜ਼ਾਰਾ ਦਿਖਾਉਂਦੇ ਆ ਤੇ ਕਿਸੇ ਹੋਰ ਜਿਹੜੇ ਪਿੰਡ ਦੇ ਵਿੱਚ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਫਿਲਹਾਲ ਚੱਲਦੇ ਆ। ਵਾਂਪਿੰਡ ਦੀਆਂ ਗਲੀਆਂ ਦਾ ਤੁਸੀਂ ਹਸ਼ਰ ਦੇਖ ਹੀ ਲਿਆ, ਜਿੱਥੋਂ ਵੀ ਜਾਂਦੇ ਆਮ ਤੌਰ ਤੇ ਪਿੰਡ ਦਾ ਇੱਕ ਕੋਨਾ ਜਿਹਾ ਹੁੰਦਾ ਜਿੱਥੇ ਰੂੜੀਆਂ ਲੱਗੀਆਂ ਹੁੰਦੀਆਂ, ਪਰ ਇੱਥੇ ਤੁਸੀਂ ਜਿੱਥੋਂ ਵੀ ਗੁਜ਼ਰੋਗੇ ਉਹੀ ਤੁਹਾਨੂੰ ਮੰਜ਼ਰ ਦਿਖਦਾ। ਸਟਰੀਟ ਲਾਈਟਾਂ ਕਿਤੇ ਨਜ਼ਰ ਨਹੀਂ ਆਉਂਦੀਆਂ। ਹੋਰ ਕੁਝ ਪਿੰਡ ਵਾਸੀ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ। ਬਾਈ ਜੀ ਕਿਵੇਂ ਦਾ ਵਿਕਾਸ ਹੋਇਆ ਇੱਥੇ? ਵਿਕਾਸ ਜੀ ਤੁਹਾਨੂੰ ਆ ਗਲੀਆਂ ਵੇਖ ਰਹੀਆਂ ਵਾ, ਜਿੱਦਾਂ ਦਾ ਵਿਕਾਸ ਹੋਇਆ ਵਾ, ਇੱਥੇ ਇੱਕ ਗਲੀ ਨਹੀਂ ਬਣੀ ਸਾਡੇ ਵਾਂ ਪਿੰਡ 'ਚ। ਬਹੁਤ ਗੰਦ ਆ ਪਿੰਡ ਵਿੱਚ, ਪੈਦਲ ਨਹੀਂ ਕੋਈ ਜਾ ਸਕਦਾ, ਕੋਈ ਰਿਸ਼ਤੇਦਾਰ ਆਉਂਦਾ ਵਾ ਉਹ ਵਿਚਾਰਾ ਮੁੜ ਜਾਂਦਾ ਅੱਡੇ ਜੋ ਕਿ ਅਸੀਂ ਵਾਂ ਪਿੰਡ 'ਚ ਵੜਨਾ ਕਿੱਦਾਂ। ਇਹੋ ਜਿਹਾ ਵਿਕਾਸ ਹੋਇਆ ਇੱਥੇ। ਬਾਈ ਜੀ ਬੱਚੇ ਆ, ਅਕਸਰ ਨੌਜਵਾਨ ਮੁੰਡੇ ਆ, ਪਹਿਲੀ ਤਾਂ ਗੱਲ ਜਿਹੜਾ ਸਰਹੱਦੀ ਏਰੀਆ ਵੈਸੇ ਹੀ ਨਸ਼ੇ ਦੀ ਮਾਰ ਹੇਠ ਆਇਆ ਹੋਇਆ, ਪਰ ਉਹਦੇ ਬਾਵਜੂਦ ਜੇ ਤੁਹਾਡੇ ਬੱਚੇ ਨੇ ਸਕੂਲਾਂ ਦੇ ਵਿੱਚ ਪੜ੍ਹਨਾ ਹੈ, ਕੋਈ 10ਵੀਂ 12ਵੀਂ ਤੋਂ ਅੱਗੇ ਪੜ੍ਹਾਈ ਕਰਨੀ ਆ, ਕੀ ਪ੍ਰਬੰਧ ਆ? ਬੱਸਾਂ ਦਾ ਵਧੀਆ ਪ੍ਰਬੰਧ ਆ? ਬੱਸਾਂ ਦਾ ਜੀ ਲੋਕ ਆਪਣੇ ਗੁਜ਼ਾਰਾ ਕਰਨ ਦੇ ਆ, ਬੱਚੇ ਹੁਣ ਪੜ੍ਹਦੇ ਆ, ਸਕੂਲ ਲੱਗਣ ਨਹੀਂ ਡਏ। ਤੁਹਾਨੂੰ ਪਤਾ ਹੀ ਹੈ ਜਿੱਦਾਂ ਦਾ ਮਾਹੌਲ ਆ, ਦਿਹਾੜੀ ਰੱਪਾ ਵੀ ਕੋਈ ਇਦਾਂ ਦਾ ਨਹੀਂ ਹੈਗਾ, ਗਰੀਬ ਵਿਚਾਰੇ ਮਰਨ ਡਏ ਆ, ਕਾਰੋਬਾਰ ਤੇ ਵੈਸੇ ਨਹੀਂ ਹੈਗੇ, ਤੇ ਸਰਕਾਰਾਂ ਨੇ ਉਦਾਂ ਹੀ ਗੰਦ ਪਾਇਆ ਵਾ, ਕੋਈ ਕੰਮ ਨਹੀਂ ਹੋਣ ਡਿਆ, ਨਾ ਕਿਸੇ ਨੂੰ ਕਣਕ ਮਿਲਦੀ ਆ, ਨਾ ਟੱਪ ਕਿਸੇ ਨੂੰ ਵੀ ਪੁੱਛ ਕੇ ਵੇਖ ਲਓ ਕਿਸੇ ਦੇ ਘਰੇ ਕਣਕ ਆਉਂਦੀ ਆ, ਕੁਛ ਨਹੀਂ ਹੈਗਾ, ਕਾਰੋਬਾਰ ਸਭ ਠਾਪਿਆ ਤੇ ਸਰਕਾਰਾਂ ਨੇ ਵੈਸੇ ਬੇੜਾ ਗਰ ਕਰਤਾ ਵਾ ਜਨਤਾ ਦਾ। ਤੁਹਾਡੇ ਪਿੰਡ ਜਿਹੜੇ ਆ ਉਹ 10 ਸਾਲ ਵਲਟੋਆ ਸਾਹਿਬ ਦੇ ਅੰਡਰ ਰਹੇ ਆ, ਤੇ ਹੁਣ ਜਿਹੜੀ ਆ ਕਾਂਗਰਸ ਦਾ ਕਾਬਜ ਹੈਗਾ ਇੱਥੇ। ਉਹਨਾਂ ਦੋਨਾਂ ਦੇ ਵਿੱਚੋਂ ਜੇ ਕੰਪੈਰੀਜ਼ਨ ਕਰਨਾ ਹੋਵੇ ਕਿਹਦੇ ਵੇਲੇ 'ਚ ਕੋਈ ਜ਼ਿਆਦਾ ਫਾਇਦਾ ਹੋਇਆ ਹੋਵੇ ਤੁਹਾਨੂੰ? ਕਾਲੀ ਸਰਕਾਰ ਵੇਲੇ ਜੀ ਚਲੋ ਲੋਕਾਂ ਦੇ ਕਾਰਡ ਵੀ ਬਣੇ ਆ, ਸਭ ਕੁਝ ਹੋਇਆ ਵਾ। ਕਾਂਗਰਸ ਹਰੀ ਦੇ ਅਰਕੀ ਸਾਡੇ ਪਿੰਡੋਂ ਜ਼ਿਆਦਾ ਨਹੀਂ ਤੇ 50% ਨਾ ਡੀਪੂ ਕਾਰਡ ਹੀ ਕੱਟਦੇ ਮਜ਼ਬੀ ਸਿੱਖਾਂ ਦੇ, ਜਿਹੜੇ ਵਿਚਾਰਿਆਂ ਨੂੰ ਜਿਨ੍ਹਾਂ ਨੂੰ ਮਿਲਦੀ ਉਹਨਾਂ ਨੂੰ ਉਹ ਵੀ ਨਹੀਂ ਮਿਲਦੀ ਹੁਣ। ਇਹ ਕਰਕੇ ਗੈਰਕੀ ਦੇ 5 ਸਾਲਾਂ ਬਹੁਤ ਬੇੜਾ ਹੀ ਗਰਕ ਹੋ ਚੁੱਕਾ ਵਾ। ਬਾਈ ਜੀ ਤੁਹਾਡੇ ਪਿੰਡ ਦੀ ਇਹ ਪਹਿਚਾਣ ਆ, ਭਾਈ ਤਾਰੂ ਸਿੰਘ ਜੀ ਦੇ ਬਾਰੇ ਸ਼ਾਇਦ ਕਿਸੇ ਨੂੰ ਨਾਂ ਵੀ ਪਤਾ ਹੋਵੇ। ਇੱਥੇ ਆਸੇ-ਪਾਸੇ ਗੱਲ ਕਰੀਏ, ਉਹ ਕਹਿੰਦੇ ਉਹ ਪਿੰਡ ਦੀ ਇਹ ਮਹਾਨਤਾ ਹੈ ਕਿ ਉਸ ਪਿੰਡ 'ਚ ਇੱਕ ਗਲੀ ਬਣੀ ਹੋਈ ਆ। ਕੀ ਖਾਸੀਅਤ ਉਸ ਗਲੀ ਦੇ ਵਿੱਚ? ਮੈਨੂੰ ਤਾਂ ਨਹੀਂ ਜਾਪਦਾ ਜੀ ਕੋਈ ਸਾਡੇ ਪਿੰਡ ਦੀ ਕੋਈ ਖਾਸ ਗਲੀ ਬਣੀ ਹੋਵੇ ਕੋਈ ਜਿਹੜੀ ਸਾਨੂੰ ਦੱਸਣ ਦਾ ਤੁਹਾਨੂੰ ਸੁਣਨ 'ਚ ਇਹ ਆਉਂਦਾ ਵੀ ਇੱਥੇ ਇੱਕ ਗਲੀ ਬਣੀ ਆ ਜਿਹੜੀ 50 ਲੱਖ ਦੀ ਕੀਮਤ ਨਾਲ ਬਣੀ ਆ। ਨਹੀਂ ਜੀ, ਉਹ ਵੀ ਕੋਈ ਵੀ, ਇਹ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਸਰਦਾਰ ਪ੍ਰੋਫੈਸਰ ਵਿਰਸਾ ਸਿੰਘ ਵਲਟੋਏ ਦੇ ਰਾਜ ਦੇ ਵਿੱਚ ਉਹ ਗਲੀ ਪਾਸ ਹੋਈ ਸੀ ਜੀ। ਉਦੋਂ ਚੋਣ ਜਾਬਤਾ ਲੱਗ ਗਿਆ ਕਿ ਉਹ ਰੋਗੀ ਹੈ, ਉਹੋ ਹੀ ਗਲੀ ਫੇਰ ਦੁਬਾਰਾ ਬਣੀ ਹੈ ਜੀ। ਕਾਂਗਰਸ ਦੇ ਸਰਕਾਰ ਦੇ ਵਿੱਚ ਕੋਈ ਸਾਡੇ ਪਿੰਡ ਦਾ ਵਿਕਾਸ ਨਹੀਂ ਹੋਇਆ। ਮੇਨ ਵੀਰੇ ਜੇ ਲੋੜਾਂ ਕਹੀਏ ਤੁਹਾਡੇ ਇੱਥੇ ਲੋੜਾਂ ਬਾਪੂ ਜੀ ਕਿਹੜੀਆਂ ਵਾ? ਬੱਚਿਆਂ ਦੇ ਲਈ ਕੋਈ ਸਾਫ਼ ਸਫਾਈ, ਕੋਈ ਸਕੂਲ, ਕੋਈ ਬੱਸਾਂ ਦਾ ਪ੍ਰਬੰਧ? ਨਹੀਂ ਜੀ ਕੋਈ ਨਹੀਂ ਗਾ। ਇੱਕ ਚੀਜ਼ ਤਾਂ ਵਧੀਆ ਹੋਊਗੀ ਪਿੰਡ 'ਚ। ਬੱਚੇ ਜੇ ਰੁਲਦੇ ਫਿਰਦੇ ਆ, ਕੋਈ ਮਾਰਿਆਂ ਨੂੰ ਕਣਕ ਨਹੀਂ ਚੱਜਣਾ ਮਿਲਦੀ, ਬੁਰੀ ਹਾਲਤ ਉਹਨਾਂ ਦੀ। ਤੇ ਜਿਹੜੇ 6 ਤੋਲੇ ਕਣਕ ਹੁੰਦੇ ਆ 4 ਤੋਲੇ ਮਿਲਦੇ ਆ, ਕੋਈ ਦਿੰਦਾ ਹੀ ਨਹੀਂ ਚੱਜਣਾ। 2 ਤੋਲੇ ਕੌਣ ਖਾ ਜਾਂਦਾ? ਉਹ ਮੰਡਲ ਵਾਲੇ ਖਾ ਜਾਂਦੇ ਆ, ਡੀਪੂ ਵਾਲੇ ਖਾ ਜਾਂਦੇ ਆ, ਉਹ ਖਾ ਲੈਂਦੇ ਆ। ਤੁਸੀਂ ਕਦੇ ਸ਼ਿਕਾਇਤ ਨਹੀਂ ਕਰਨ ਦੀ ਕੋਸ਼ਿਸ਼ ਕੀਤੀ? ਨਹੀਂ ਅਸੀਂ ਕੀ ਕੀਤੀ ਜੀ, ਕੋਈ ਸੁਣਵਾਈ ਨਹੀਂ ਸਾਡੀ, ਸੁਣਦਾ ਕੋਈ ਨਹੀਂ ਗਾ। ਮੰਤਰੀ ਸ਼ੰਤਰੀ ਆਉਂਦੇ ਨਹੀਂ ਫਿਰ ਪਿੰਡ ਤੁਹਾਨੂੰ ਮਿਲਣ? ਨਾ ਨਹੀਂ ਕੋਈ ਨਹੀਂ ਆਉਂਦਾ, ਸਾਡੀ ਸੁਣਦਾ ਕੋਈ ਨਹੀਂ ਗਾ।
ਤੁਸੀਂ ਨਹੀਂ ਜਾਂਦੇ ਉਹਨਾਂ ਕੋਲੇ ਆਪਦੀ ਮੰਗ ਲੈ ਕੇ? ਅਸੀਂ ਮਾਰੇ ਮਾਤਰ ਜਾਇਆ ਨਹੀਂ ਜਾਂਦਾ ਤੇ ਬਾਪੂ ਜੀ ਕਿਵੇਂ ਦਾ ਹੈਗਾ ਕੋਈ ਪਿੰਡ ਦੇ ਵਿੱਚ ਕੋਈ ਸਹੂਲਤਾਂ ਦਾ ਕੋਈ ਲੈਵਲ? ਕੋਈ ਨਹੀਂ ਜੀ ਭੈਣ ਜੀ, ਕੋਈ ਸਾਨੂੰ ਸਹੂਲਤ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਤੇ ਉਤਰਾ ਸਾਡੇ ਬੱਚੇ ਤੁਰੇ ਫਿਰਦੇ, ਉਤਰਾ ਸਭ ਕੁਝ। ਤੁਸੀਂ ਪਹਿਲਾਂ ਤੁਹਾਡੇ ਸ਼੍ਰੋਮਣੀ ਅਕਾਲੀ ਦਲ ਦਾ ਸੀ ਔਰ ਉਸ ਤੋਂ ਬਾਅਦ ਕਾਂਗਰਸ ਸਰਕਾਰ ਬਦਲ ਕੇ ਦੇਖੀ, ਫਿਰ ਵੀ ਤਾਂ ਕੋਈ ਫਾਇਦਾ ਨਹੀਂ ਹੋਇਆ। ਕਾਲੀਆਂ ਜੀ ਵੈਸੇ ਢਿੰਜਣ ਅਸੀਂ ਮਾਵਾਂ ਦੇ ਭੁਲੇਖੇ ਸਾਨੂੰ ਢਿੰਜਣ ਖਵਾਈ ਜਾਂਦੇ ਸੀ। ਅੱਛਾ, ਤੇ ਹੁਣ ਵੀ ਕੱਖ ਨਹੀਂ ਸਾਨੂੰ ਮਿਲਣ ਡਿਆ, ਕੁਛ ਨਹੀਂ ਗਾ। ਮੰਗ ਕੀ ਹੈ ਤੁਹਾਡੀ? ਜੇ ਹੁਣ ਕੋਈ ਪਾਰਟੀ ਤੁਹਾਡੇ ਕੋਲੇ ਵੋਟਾਂ ਮੰਗਣ ਆਉਂਦੀ ਆ ਤੇ ਤੁਹਾਡੀ ਪਹਿਲੀ ਮੰਗ ਕਿਹੜੀ ਹੋ? ਸਾਡੇ ਆਪ ਹੀ ਜਿੰਨੇ ਵਿਹੜੇ ਮਜਬੀਆਂ ਸਿੰਘਾਂ ਦੇ ਇਹਨਾਂ ਦਾ ਕੰਮ ਹੋਣਾ ਚਾਹੀਦਾ। ਕਿਹੜਾ ਕਿਹੜਾ ਕੰਮ ਹੋਣਾ ਚਾਹੀਦਾ? ਆ ਗਲੀਆਂ ਗੁਲੀਆਂ ਬੱਚਿਆਂ ਦੀ ਤੇ ਸਾਨੂੰ ਖਾਣ ਨੂੰ ਜਿਹੜਾ ਕਾਰਡ ਕੂੜ ਨਹੀਂ ਕੱਟੇ ਜਾਂਦੇ, ਇਹ ਸਾਨੂੰ ਮਿਲ ਜੇ। ਇੱਕ ਜੀ ਸਾਡਾ ਡੀਪੂ ਵੱਖਰਾ ਹੋਣਾ ਚਾਹੀਦਾ। ਅੱਛਾ ਜੀ, ਕਿ ਡੀਪੂ ਰਲ ਮਿਲ ਕੇ ਉਹ ਖਾਈ ਜਾਂਦੇ ਆ ਤੇ ਸਾਡੇ ਡੀਪੂ ਦੀ ਕੋਈ ਸੁਣਵਾਈ ਕਰੋ ਤੁਸੀਂ। ਖਾਈ ਜਾਂਦਾ ਬਾਪੂ ਜੀ ਤੁਹਾਡਾ? ਹਾਂਜੀ, ਉਹ ਖਾਈ ਜਾਂਦੇ ਜਿਹੜੇ ਬਣਦੇ ਆ ਜੀ। ਕੌਣ ਆ? ਉਹ ਮਾਨ ਸਾਹਿਬ ਅੱਛਾ, ਉਹੋ ਹੀ ਖਾਈ ਜਾਂਦੇ ਆ। ਜੇ ਸਾਡੇ 6 ਤੋੜੇ ਆਉਂਦੇ ਆ ਤੇ 4 ਮਿਲਦੇ, 2 ਖਾ ਹੀ ਜਾਂਦੇ ਆ। ਬਾਈ ਜੀ ਹਨੇਰਾ ਹੋ ਚੱਲਿਆ ਤੇ ਹੁਣ ਕੋਈ ਲਾਈਟਾਂ ਲੂਟਾਂ ਜਗਣਗੀਆਂ ਪਿੰਡ 'ਚ? ਨਹੀਂ ਜੀ, ਲਾਈਟਾਂ ਦਾ ਅੱਜ ਤੋਂ ਅਕਾਲੀ ਸਰਕਾਰ ਵੀ ਚਲੇਗੀ ਆ ਜੀ, ਕਾਂਗਰਸ ਵੀ ਹੋ ਕੇ ਚਲੇਗੀ, ਪਰ ਨਹੀਂ, ਲਾਈਟਾਂ ਦਾ ਕੋਈ ਖਾਸ ਪ੍ਰਬੰਧ ਨਹੀਂ ਹੈਗਾ। ਇੱਥੋਂ ਤੱਕ ਕਿ ਸਾਡੇ ਪਿੰਡ ਵਿੱਚ ਪਾਣੀ ਦਾ ਨਿਕਾਸ ਵੀ ਨਹੀਂ ਹੈਗਾ, ਯਾਨੀ ਕਿ ਵਾਟਰ ਸਪਲਾਈ ਦਾ ਕੋਈ ਨਿਕਾਸ ਨਹੀਂ ਹੈਗਾ। ਤੇ ਖਾਸ ਕਰਕੇ ਬੱਚਿਆਂ ਦੀ ਪੜ੍ਹਾਈ ਦਾ ਕੋਈ। ਤੁਹਾਡੀ ਪੜ੍ਹਾਈ ਕਿੱਥੋਂ ਤੱਕ ਹੋਈ ਹੈ? 10th ਤੱਕ। ਅੱਗੇ ਜੀ ਸਕੂਲ ਹੀ ਨਹੀਂ ਹੈਗਾ, ਪਲੱਸ 2 ਤੱਕ ਤਾਂ ਸਰਕਾਰੀ। ਖਾਸ ਕਰਕੇ ਦੇਖੋ ਜੀ, ਗਰੀਬ ਆ, ਹੁਣ ਬਾਹਰ ਜਾ ਕੇ ਤਾਂ ਪੜ੍ਹਨੋਂ ਰਹਿ। ਤੁਸੀਂ ਨੌਜਵਾਨ ਆ ਔਰ ਇਸ ਏਰੀਆ ਦੇ ਵਿੱਚ ਜੇ ਸੁਣਨ ਚ ਆਉਂਦਾ ਕਹਿੰਦੇ ਨਸ਼ਾ ਬਹੁਤ ਆ, ਤੁਹਾਨੂੰ ਹੈ ਹਕੀਕਤ ਆ ਇਹ? ਹਕੀਕਤ ਤਾਂ ਹੈਗੀ ਜੀ, ਪਰ ਇਹ ਸਾਰਾ ਕੁਝ ਇਹਨਾਂ ਸਰਕਾਰਾਂ ਦਾ ਕਰਕੇ ਹੀ ਆ। ਅੱਛਾ, ਹਾਂਜੀ। ਤੁਹਾਡੇ ਨਾਲ ਦੇ ਕਿੰਨੇ ਕੁ ਦੋਸਤ ਆ ਜਿਹੜੇ ਤੁਹਾਨੂੰ ਲੱਗਦਾ ਵੀ ਇਸ ਚੀਜ਼ ਦੇ ਵਿੱਚ ਫਸੇ ਹੋਏ ਆ? ਫਸੇ ਹੋਏ ਆ ਜੀ, ਬਹੁਤ ਦੋਸਤ ਆ ਸਾਡੇ। ਅੱਛਾ, ਹਾਂਜੀ। ਮੌਤਾਂ ਵੀ ਹੁੰਦੀਆਂ? ਹਾਂਜੀ, ਮੌਤਾਂ ਵਗੈਰਾ ਵੀ ਹੁੰਦੀਆਂ? ਮੌਤਾਂ ਵਗੈਰਾ ਵੀ ਹਾਂਜੀ। ਆ ਕਰੀਬ ਥੋੜਾ ਟਾਈਮ ਹੋ ਗਿਆ, ਬਹੁਤ ਮੌਤਾਂ ਆਈਆਂ ਥੋੜੇ ਸਮੇਂ ਦੇ ਵਿੱਚ ਹੀ। ਅੱਛਾ, ਹਾਂਜੀ। ਹਾਂ ਜੀ ਜੀ ਜੀ। ਨਿੱਕੇ ਮਾਪਿਓ ਮਰ ਗਿਆ ਸੀ, ਇਹ ਸਰਪੰਚ ਸਾਹਿਬ ਨੂੰ ਕਿਹਾ ਸੀ ਵੀ ਇਹਨਾਂ ਨੂੰ ਕੋਈ ਸਹੂਲਤ ਚਾਹੀਦੀ ਆ। ਉਹਨੇ ਅਜੇ ਤੱਕ ਇਹਨਾਂ ਦੀ ਸੁਣਵਾਈ ਕੋਈ ਨਹੀਂ ਕੀਤੀ। ਇਹ ਜਿੰਨੀ ਜੋਗੇ ਵਿਚਾਰੇ ਆ ਵੀ ਕਰਨ ਡੱਠੇ ਆ, ਭੁੱਖੇ ਭਾਣੇ ਰਹਿ ਗਏ, ਕੁਝ ਨਹੀਂ ਕੀਤਾ ਉਹਨੇ। ਪਰ ਜਿਹੜੇ ਤੁਹਾਡੇ ਬੱਚੇ ਪੜ੍ਹਨਾ ਚਾਹੁੰਦੇ ਆ ਤੇ ਤੁਹਾਡੇ ਪਿੰਡ ਦੇ ਵਿੱਚ ਬੱਸ ਜੇ ਕਿਤੇ ਕੋਈ ਰਿਸ਼ਤੇਦਾਰੀ 'ਚ ਜਾਣਾ ਹੋਵੇ ਜਾਂ ਕਿਤੇ ਵੀ ਕੁਝ ਕਰਨਾ ਹੋਵੇ ਤੇ ਉਹ ਬੱਸਾਂ ਤਾਂ ਨਾਰਮਲ ਆ, ਪਿੰਡਾਂ 'ਚ ਪਹੁੰਚਦੀਆਂ ਵਾ? ਕਿੱਦਾਂ ਜੀ? ਬੱਸਾਂ ਜਿਹੜੀਆਂ ਕੋਈ ਬੱਸ ਆਉਂਦੀ ਹੈ ਤੁਹਾਡੇ ਕੋਈ? ਨਹੀਂ, ਸਰਕਾਰੀ ਬੱਸ ਕੋਈ ਨਹੀਂ ਸਾਡੇ ਆਉਂਦੀ। ਪ੍ਰਾਈਵੇਟ? ਕੋਈ ਪ੍ਰਾਈਵੇਟ ਉਹਨਾਂ ਟਾਈਮ ਹੀ ਕੋਈ ਨਹੀਂ ਕਰੇ। ਅੱਛਾ, ਟਾਈਮ ਕੋਈ ਨਹੀਂ? ਕੋਈ ਟਾਈਮ ਨਹੀਂਗਾ। ਜਦੋਂ ਦਿਲ ਕਰਦਾ ਉਦੋਂ ਜਾਂਦੀ? ਮਰਜ਼ੀ ਨਾਲ ਉਹਨਾਂ ਨੇ ਮਰਜ਼ੀ ਦੀਆਂ ਬੱਸਾਂ ਵਾ 2-3 ਲਾਈਆਂ ਉਹਨਾਂ, ਜਦੋਂ ਮਰਜ਼ੀ ਹੁੰਦੀ ਲੈ ਜਾਂਦੇ, ਮਰਜ਼ੀ ਨਹੀਂ ਲੈ, ਕੋਈ ਨਹੀਂ ਪੁੱਛਦਾ ਉਹਨਾਂ ਨੂੰ। ਹਾਂਜੀ ਹਾਂਜੀ, ਕੀ ਹੈ ਸਾਡਾ ਹਾਲ ਹੋਣ ਡਿਆ ਵੇ। ਸੋ ਆ ਜਿਹੜੀ ਹਕੀਕਤ ਆ ਪਿੰਡ ਦੀ। ਕੌਣ ਆ ਬਾਈ ਜੀ ਇਹ? ਹਾਂਜੀ, ਕੌਣ ਆ ਇਹ ਮਜਬੀ ਸਿੰਘ ਹੀ ਆ। ਅੱਛਾ, ਹੋਇਆ ਕੀ ਇਹਨੂੰ? ਇਹਨੂੰ ਕੀ ਕੀਤਾ, ਹੁਣ ਕੀ ਹੋਇਆ? ਉਹ ਨਸ਼ਾ ਪਤਾ ਪੀਤਾ। ਸੋ ਇਹ ਨਸ਼ਾ ਕਰਦੇ ਆ ਇਹ? ਤਾਂ ਨਸ਼ਾ ਕਰਕੇ ਉਹ ਮੈਡਮ ਵੇਖੋ ਹਾਲਤ ਕੀ ਹੋਇਆ ਤਾਂ। ਜਦੋਂ ਹੁਣ ਪਹਿਲਾਂ ਤਰਨ ਤਾਰਨ ਵਾਲੀਆਂ ਗੋਲੀਆਂ ਲਾਤੀਆਂ ਤੇ ਹੁਣ ਬੰਦ ਕਰਤੀਆਂ ਤੇ ਜਾਣ ਕਿੱਥੇ? ਦੱਸੋ ਹੁਣ। ਆ ਜਿਹੜੀਆਂ ਦੇ ਸਰਕਾਰੀ ਹਸਪਤਾਲ ਜਿਹੜੀਆਂ ਦਿੰਦੇ ਸਰਕਾਰੀ, ਉਹ ਤਾਂ ਸਰਕਾਰੀ ਹਸਪਤਾਲ ਵਾਲੇ ਤਾਂ ਕਹਿੰਦੇ ਵੀ ਅਸੀਂ ਨਸ਼ਾ ਛਡਾਉਣ ਨੂੰ ਦਿੰਦੇ। ਛਡਾਉਣ ਨੂੰ ਕਾਹਨੂੰ, ਨਸ਼ਾ ਲਾਉਣ ਵਾਸਤੇ ਦਿੰਦੇ, ਛਡਾਉਣ ਲਈ ਥੋੜੀ ਦਿੰਦੇ। ਹੁਣ ਜਿਨ੍ਹਾਂ ਨੂੰ ਮਿਲਦੀਆਂ ਉਹਨਾਂ ਵਿਚਾਰਿਆਂ ਨੂੰ ਪੁੱਛ ਕੇ ਦੇਖੋ ਹਾਲ ਕੀ ਬਣਦੀ ਇਹਨਾਂ ਦੀ। ਡਰੱਗ ਛਡਾਵਾਂਗੇ, ਪਰ ਨਹੀਂ, ਉਹ ਡਰੱਗ ਤੇ ਲਾਉਂਦਾ ਆ। ਹਾਂਜੀ, ਡਰੱਗ ਤੇ ਲਾਉਂਦਾ ਆ। ਤੁਸੀਂ ਨੌਜਵਾਨ ਇੱਕ, ਤੁਸੀਂ ਇਸ ਪਿੰਡ ਦੇ ਵਸਨੀਕ ਵੀ ਹੋ, ਤਰਾਸਦੀ ਵੀ ਚੱਲ ਰਹੇ ਹੋ, ਤੁਹਾਨੂੰ ਕੀ ਲੱਗਦਾ ਹੱਲ ਕੀ ਹੋਣਾ ਚਾਹੀਦਾ? ਸਰਕਾਰਾਂ ਹਰ ਵਾਰੀ ਬਦਲਦੀਆਂ, ਤੁਹਾਨੂੰ ਲਾਰੇ ਲਾ ਕੇ ਵੋਟਾਂ ਲੈਂਦੀਆਂ, ਹੱਲ ਕੋਈ ਨਿਕਲਦਾ ਨਹੀਂ। ਹੁਣ ਕੀ ਲੱਗਦਾ ਲੋਕਾਂ ਨੂੰ ਕੀ ਕਰਨਾ ਚਾਹੀਦਾ ਜਾਂ ਸਰਕਾਰਾਂ ਨੂੰ ਕੀ ਹੱਲ ਜਿਹੜੀਆਂ ਤੁਹਾਨੂੰ ਦੇਣਾ ਚਾਹੀਦਾ ਵਾ? ਵੇਖੋ ਜੀ, ਗੱਲ ਤਾਂ ਇਹ ਆ ਵੀ ਸਾਰੇ ਲੋਕਾਂ ਨੂੰ ਰਲ ਕੇ ਇਹਨਾਂ ਖਿਲਾਫ ਐਕਸ਼ਨ ਲੈਣਾ ਚਾਹੀਦਾ। ਪਹਿਲੀ ਤਾਂ ਗੱਲ ਆ ਵੀ ਇਹ ਸਰਕਾਰਾਂ ਕਿਸੇ ਦੀ ਸੁਣਦੀਆਂ ਨਹੀਂ ਆ। ਤੇ ਹੁਣ ਗੱਲ ਇਹ ਆ ਵੀ ਆ ਜਿਹੜੀ ਗੋਲੀ ਆਂਦੇ ਤਰਨ ਤਾਰਨ ਵਾਲੀ, ਇਹ ਆਂਦੇ ਵੀ ਅਸੀਂ ਡਰੱਗ ਛਡਾਵਾਂਗੇ, ਪਰ ਨਹੀਂ, ਇਹ ਡਰੱਗ ਤੇ ਲਾਉਂਦੇ ਨੇ। ਅੱਛਾ, ਹਾਂਜੀ। ਇਹ ਤਾਂ ਹੁਣ ਮਿਲਦੀ ਨਹੀਂ, ਜਿਹੜੇ ਲੱਗੇ ਵਿਚਾਰੇ ਔਖੇ ਆ। ਸੋ ਬਹੁਤ ਹੈਰਾਨੀ ਦੀ ਗੱਲ ਹੈ ਵੀਰੇ, ਇਹ ਚੀਜ਼ਾਂ ਮਤਲਬ ਤਰਨ ਤਾਰਨ ਵਾਲੀ ਗੋਲੀ ਇੱਕ ਫੇਮਸ ਹੀ ਕਰਤੀ, ਨਾਮ ਤਰਨ ਤਾਰਨ ਵਾਲੀ ਗੋਲੀ ਕਿਉਂ? ਮਨ ਜਦੋਂ ਆਂਦੇ ਕਾਰਡ ਹੀ ਉੱਥੇ ਬੰਦੇ ਤੇ ਤਰਨ ਤਾਰਨ ਹੀ ਬੰਦੇ, ਇਸੇ ਕੰਮ ਤੋਂ ਤਰਨ ਤਾਰਨ ਵਾਲੀ ਆਖੀ ਜਾਂਦੇ। ਤੁਹਾਡੇ ਪਿੰਡਾਂ 'ਚ ਤਰਨ ਤਾਰਨ ਵਾਲੀ ਗੋਲੀ ਇਹੀ ਮਸ਼ਹੂਰ ਆ, ਸਾਰੀ ਮਸ਼ਹੂਰ ਇਹੀ ਆ, ਤਰਨ ਤਾਰਨ ਵਾਲੀ ਗੋਲੀ ਆ ਵੀ ਜਿਹੜੀ ਨਸ਼ਾ ਛਡਾਉਣ ਵਾਲੀ ਗੋਲੀ ਤੇ ਉਹਦੇ ਐਡਿਕਟ ਹੋਏ ਹੋਏ ਆ। ਉਹ ਆਹ ਵੇਖੋ ਦਾ ਕੀ ਹਾਲ ਆ। ਇਹ ਤਰਨ ਤਾਰਨ ਵਾਲੀ ਗੋਲੀ ਨਾਲ ਹੋਇਆ ਹੋਇਆ? ਇੱਕ ਨਹੀਂ ਮੈਡਮ, ਬਹੁਤ ਆ। ਪਹਿਲਾਂ ਲਾਲੀਆਂ ਲਾਤੀਆਂ, ਹੁਣ ਉੱਥੇ ਜਾ ਕੇ ਵੇਖੋ ਧਰਨੇ ਲੱਗੇ ਆ, ਕਿਸੇ ਨੂੰ ਦਿੰਦੇ ਨਹੀਂਗੇ, ਸਾਰਾ ਕਿਸੇ ਦਾ ਬੁਰਾ ਹਾਲ ਆ। ਉੱਥੇ ਤੁਸੀਂ ਵੇਖਿਆ ਹੀ ਹੋਣਾ ਹੈ।
ਕਿੰਨੇ ਜਣੇ ਉੱਥੇ ਮਤਲਬ ਬਜ਼ੁਰਗ ਵੀ ਬੈਠੇ ਬਹੁਤ ਜਣੇ। ਮੈਡਮ ਸਾਹਿਬ ਜਿੰਨਾ ਤੁਹਾਨੂੰ ਆਂਦੇ ਨਾ ਵੀ ਇਹ ਬਾਰਡਰ ਏਰੀਆ ਨਸ਼ਈ ਇਹ ਨਸ਼ਾ ਕਰਦੇ ਤਰਨਤਾਰਨ ਵਾਲੇ ਗੋਲੀਆਂ ਇੱਥੇ ਕੌਣ ਖਾਂਦਾ? ਕੋਈ ਵੀ ਨਹੀਂ ਖਾਂਦਾ। ਇਹ ਤਾਂ ਸਾਰੇ ਬਾਰਡਰ ਏਰੀਆ ਸੋਫੀ ਬੰਦੇ ਆ। ਉਹ ਤਾਂ ਪਛਾਣ ਕਿਤੇ ਹੋਣਗੇ ਤੇ ਗੋਲੀਆਂ ਗਾਲੀਆਂ ਖਾਣ ਵਾਲੇ ਜਾਂ ਮਾਲਵੇ 'ਚ ਹੋਣਗੇ। ਮਾਝੇ 'ਚ ਕੌਣ ਆ? ਅੰਮ੍ਰਿਤਸਰ ਜ਼ਿਲ੍ਹਾ ਤਰਨਤਾਰਨ, ਫਿਰੋਜ਼ਪੁਰ ਤੇ ਗੁਰਦਾਸਪੁਰ। ਜਿਹੜੀਆਂ ਆ ਧੜਾ ਧੜ ਮੌਤਾਂ ਹੁੰਦੀਆਂ, ਮੈਂ ਸੁਲਤਾਨਵਿੰਡ ਗਈ ਤੇ ਹੁਣ ਜਿਉਂਦੇ ਦੂਜੇ ਸਹੀ ਵੀ ਮਰੀ ਜਾਂਦੇ ਤੇ ਉਹਨਾਂ ਦਾ ਕੀ ਕਰੀਏ? ਹਾਂ ਟੀਕਾ ਦਾ ਨਤਵਾ ਲੱਗ ਗਿਆ ਏ। ਦੇਸ਼ ਨੂੰ ਬਦਨਾਮ ਕਰੀ ਜਾਂਦੇ, ਇਹਨਾਂ ਨੂੰ ਪਤਾ ਨਹੀਂ ਚੱਕਰ ਕੀ ਹੈ। ਹੈ ਉਹ ਇਸ ਤਰ੍ਹਾਂ ਬਾਹਰਲੇ ਦੇਸ਼ਾਂ ਦੇ ਵਿੱਚ ਜਾਊ ਵੀਡੀਓ, ਉਹ ਆਖਣਗੇ ਭਾਰਤ ਸਾਰਾ ਨਸ਼ਈ ਹੋਇਆ ਹੈ, ਪੰਜਾਬੀ ਨਸ਼ਈ ਥੋੜੇ। ਜਿਹੜੇ ਆ ਵੀਰ ਜੀ ਇੱਥੇ ਆ ਬੰਦਾ, ਇਹ ਬੰਦਾ ਕੀ ਖਾਂਦਾ ਹੋਇਆ? ਇਹ ਤਾਂ ਉਂਝ ਹੀ ਤੂੜੀ ਨਾਲ ਲਿਬੜਿਆ ਪਾਗਲ ਆ। ਤੇ ਪਾਗਲ ਨੂੰ ਕੀ ਕਰਾਂਗੇ? ਪਾਗਲ ਨੂੰ ਘਰ ਕਵਾੜਦਾ, ਉਹਨੇ ਤੇ ਤੂੜੀ 'ਚ ਹੀ ਸੌਣਾ। ਸੋ ਆ ਤਰਾਸਦੀ ਆ ਜੀ ਇਸ ਪਿੰਡ ਦੀ। ਗਲੀ ਨਾਲੀ ਕੋਈ ਬਣੀ ਨਹੀਂ ਆ। ਜਿਨ੍ਹਾਂ ਨੂੰ ਕੁਝ ਅਹਿਸਾਸ ਹੈਗਾ ਉਹ ਇਸ ਗੱਲ ਦੇ ਉੱਤੇ ਸਵਾਲ ਚੱਕਦੇ ਆ, ਔਰ ਕਈਆਂ ਨੂੰ ਅਜੇ ਵੀ ਲੱਗਦਾ ਹੈ ਕਿ ਇਹ ਵਹਿਮ ਭਰਮਾਂ ਜਿਹੜੀ ਆ ਛਵੀ ਜਿਹੜੀ ਆ ਵਾਂ ਪਿੰਡ ਦੀ ਖਰਾਬ ਨਹੀਂ ਹੋਣੀ ਚਾਹੀਦੀ ਦੂਜੇ ਦੇਸ਼ਾਂ ਦੇ ਵਿੱਚ, ਤੇ ਸਭ ਠੀਕ ਆ। ਪਰ ਤੁਸੀਂ ਦੇਖਦੇ ਹੋ ਹਨੇਰਾ ਛਾ ਰਿਹਾ ਹੈ, ਸਟਰੀਟ ਲਾਈਟ ਕੋਈ ਨਹੀਂ ਆ, ਔਰ ਕਿਸੇ ਗਲੀ ਦੇ ਵਿੱਚ ਤੁਸੀਂ ਜਾ ਹੀ ਨਹੀਂ ਸਕਦੇ ਕਿਉਂਕਿ ਉਹਦੇ ਵਿੱਚ ਮੀਂਹ ਹੁਣ ਜੇ ਥੋੜਾ ਬਹੁਤਾ ਪਿਆ ਹੋਇਆ, ਪੱਕੀ ਗਲੀ ਨਹੀਂ ਆ। ਸੋ ਬੜੀ ਹੈਰਾਨੀ ਦੀ ਗੱਲ ਆ। ਬਹੁਤ ਲੰਬਾ ਸਮਾਂ ਹੋ ਚੁੱਕਿਆ। ਜੇ ਤੁਸੀਂ ਮਾਲਵੇ ਸਾਈਡ ਨੂੰ ਜਾਓ ਤੇ ਕੁਝ ਜਗ੍ਹਾ ਤੇ ਤੁਹਾਨੂੰ ਏਦਾਂ ਲੱਗਦਾ ਕਿ ਸ਼ਹਿਰਾਂ ਵਰਗੀਆਂ ਸਹੂਲਤਾਂ, ਪਰ ਇਸ ਪਿੰਡ ਦੇ ਵਿੱਚ ਆ ਕੇ ਬੇਹੱਦ ਅਜੀਬ ਲੱਗਦਾ, ਜਿਵੇਂ ਪੁਰਾਣੇ ਵਕਤ ਦੇ ਕਿਸੇ ਪਿੰਡ ਦੇ ਵਿੱਚ, ਜਿਹਨੂੰ ਪੁਰਾਣੇ ਪੰਜਾਬ ਦਾ ਪਿੰਡ ਕਹਿੰਦੇ ਹੁੰਦੇ ਸੀ। ਕੁਝ ਇਦਾਂ ਦੀ ਤਸਵੀਰਾਂ। ਸਰਹੱਦੀ ਇਲਾਕਿਆਂ ਦੀਆਂ ਆਪਣੀਆਂ ਔਕੜਾਂ ਨੇ। ਇਹਨਾਂ ਬੱਚਿਆਂ ਦਾ ਭਵਿੱਖ ਖਤਰੇ ਦੇ ਵਿੱਚ ਆ, ਹਨੇਰੇ ਦੇ ਵਿੱਚ ਆ, ਕਿਉਂਕਿ ਜੇ 10ਵੀਂ ਤੋਂ ਅੱਗੇ ਇਹਨਾਂ ਨੇ ਪੜ੍ਹਨ ਜਾਣਾ ਹੈ ਤੇ ਉਸ ਪੜ੍ਹਾਈ ਨੂੰ ਕਰਨ ਦੇ ਲਈ ਗਰੀਬ ਬੱਚਾ ਜਿਹੜਾ ਜਾ ਹੀ ਨਹੀਂ ਸਕਦਾ ਆਪਣੇ ਸਾਧਨ ਦੇ ਉੱਤੇ, ਤੇ ਬੱਸਾਂ ਦਾ ਜਿਹੜਾ ਕੋਈ ਪ੍ਰਬੰਧ ਨਹੀਂ ਆ। ਬਾਪੂ ਜੀ ਕੀ ਹਾਲਾਤ ਆ ਪਿੰਡ ਦੇ ਵਿਕਾਸ ਪੱਖੋਂ? ਪਿੰਡ ਕਿੰਨਾ ਕੁ ਬਿਹਤਰ? ਇਹ ਜੀ ਤੁਸੀਂ ਵੇਖ ਲਿਆ, ਤੁਹਾਡੀ ਗੱਡੀ ਅੱਡੇ ਤੋਂ ਆਈ ਆ, ਤੁਸੀਂ ਵੇਖ ਲਿਆ ਪਾਣੀ ਕਿੰਨਾ ਕਿੰਨਾ ਗਲੀਆਂ 'ਚ। ਇਹ ਸਾਡੇ ਪਿੰਡ ਦਾ ਵਿਕਾਸ ਹੋਇਆ। ਇਹ ਆਮ ਤੌਰ ਤੇ ਹੁਣ ਤਾਂ ਜਿਹੜੇ ਪਿੰਡਾਂ 'ਚ ਜਾਈਏ ਸਟਰੀਟ ਲਾਈਟਾਂ ਲੱਗੀਆਂ ਹੋਈਆਂ, ਗਲੀਆਂ 'ਚ ਚਾਨਣਾ ਪੱਕੀਆਂ ਵਾ, ਕੋਈ ਗਾਰਾ ਨਹੀਂ ਹੁੰਦਾ। ਤੁਹਾਡੇ ਪਿੰਡ 'ਚ? ਸਾਡੇ ਜੀ ਵੇਖ ਲਿਆ ਤੁਸੀਂ, ਲੈ ਨਾ ਕੋਈ ਲੈਟ ਆ, ਨਾ ਕੋਈ ਗੱਲ, ਨਾ ਕੋਈ ਬਾਤ ਆ। ਇਧਰ ਆ ਵੇਖ ਲਓ, ਆ ਵੀ ਇਧਰ ਇਹ ਵੀ ਗਲੀ ਤੁਸੀਂ ਜਾਣਾ ਹੀ ਆ। ਗੱਡੀ ਤੁਹਾਡੀ ਕਿੱਦਾਂ ਲੰਘੀ ਤੁਸੀਂ ਦੱਸੋ, ਪਹਿਲਾਂ ਵੀ ਕਿੱਦਾਂ ਦੀ ਗੱਡੀ ਆ, ਕਿੱਦਾਂ ਦੇ ਹਾਲਾਤ ਸਾਡੇ ਪੰਜਾਬ ਦੇ ਬਣੇ। ਜੋ ਸਾਡਾ ਪਿੰਡ ਤਾਂ ਇੰਨੀਆਂ ਗਰਾਂਟਾਂ ਮਿਲੀਆਂ, ਸਾਡੇ ਪਿੰਡ ਦਾ ਕੋਈ ਵਿਕਾਸ ਨਹੀਂ ਹੋਇਆ। ਗਰਾਂਟਾਂ ਗਈਆਂ ਕਿੱਧਰ ਬਾਪੂ ਜੀ? ਕੋਈ ਪਤਾ ਨਹੀਂ। ਇਹ ਤਾਂ ਹੁਣ ਜਾਂ ਤਾਂ ਐਮਐਲਏ ਸਾਹਿਬ ਨੂੰ ਪਤਾ ਹੋਊ ਤੇ ਜਾਂ ਸਰਪੰਚਾਂ ਸਮੂਚਾਂ ਨੂੰ ਪਤਾ ਹੋਊ। ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਜਦੋਂ ਤੁਸੀਂ ਵੋਟਾਂ ਲੈਣ ਆਉਂਦੇ ਹੋ? ਉਹ ਜੀ ਵੋਟਾਂ ਲੈਣ ਜਦੋਂ ਆਉਂਦੇ ਆ ਉਦੋਂ ਕਹਿੰਦੇ ਵਿਕਾਸ ਕਰਾਂਗੇ, ਆਹ ਕਰਾਂਗੇ। ਵੇਖ ਲਓ ਜੋ ਸਾਡੇ ਪਿੰਡ ਦਾ ਹਾਲਾਤ ਜਿੱਦਾਂ ਦੇ ਤੁਸੀਂ ਵੇਖ ਲਓ। ਜੋ ਐਕਟੀ ਆਪੇ ਆਪਣੇ ਆਪ ਹੀ ਉਹਨਾਂ ਘੇਰੇ ਜਾਣਾ। ਹਾਂ, ਐਕਟੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਹੈ, ਲੋਕ ਬੜੇ ਚਾਹਵਾਨ ਆ, ਆਮ ਆਦਮੀ ਦਾ ਬੜਾ ਜ਼ੋਰ ਆ। ਹਾਂ ਜੀ, ਤੁਹਾਨੂੰ ਯਕੀਨ ਆ ਵੀ ਆਮ ਆਦਮੀ ਪਾਰਟੀ ਵਾਲੇ ਤਰੱਕੀ ਕਰਨਗੇ? ਬਿਲਕੁਲ ਜੀ। ਜਿੱਦਾਂ ਉਹਨਾਂ ਦਿੱਲੀ ਦੇ ਵਿੱਚ ਪ੍ਰੋਗਰਾਮ ਕੀਤਾ ਨਾ, ਏਦਾਂ ਕੇਜਰੀਵਾਲ ਦਾ ਇੰਨਾ ਰਾਹ ਵੀ ਏਦਾਂ ਦਾ ਪ੍ਰੋਗਰਾਮ ਪੰਜਾਬ ਬਣਾਉ। ਨਸ਼ਿਆਂ ਦਾ ਕੀ ਹਾਲ ਆ ਬਾਪੂ ਜੀ ਇੱਥੇ? ਜੀ ਨਸ਼ਿਆਂ ਦਾ ਤਾਂ ਹੈਗਾ ਹੀ ਆ। ਜਿਹੜਾ ਜੇ ਕੋਈ ਨਸ਼ਾ ਫੜਿਆ ਜਾਂਦਾ, ਮਗਰ ਸਰਪੰਚ ਜਾਂਦੇ ਉਹ ਛਡਾ ਲਿਆਉਂਦੇ ਆ, ਮੋਹਤਬਾਰ ਬੰਦੇ ਛਡਾ ਲਿਆਉਂਦੇ ਆ, ਉਹ ਪੁਲਿਸ ਵਾਲੇ ਫੜ ਕੇ ਖਾਦੇ, ਪੁਲਿਸ ਵਾਲੇ ਪੈਸੇ ਲੈ ਲੈਂਦੇ ਆ, ਕੋਈ ਇਹ ਲੈ ਲੈਂਦੇ। ਵੀਰੇ ਕੀ ਹਾਲਾਤ ਆ ਪਿੰਡ ਦੇ ਵਿਕਾਸ ਦੇ ਪੱਖੋਂ? ਸਕੂਲ ਸਕਾਲ ਹੈਗੇ? ਸਕੂਲ ਦਾ ਤੇ ਮੈਡਮ ਜੀ ਬਹੁਤ ਮੰਦਾ ਹਾਲ ਆ। ਸਕੂਲ ਦਾ ਵੀ ਇਹੋ ਗਲੀਆਂ ਵਾਲਾ ਹੀ ਸਿਸਟਮ ਆ। ਜਾ ਕੇ ਵੇਖ ਸਕਦੇ ਜੇ। ਟੀਚਰ ਹੈਗੇ ਉੱਥੇ? ਟੀਚਰ ਆਉਂਦੇ, 5 ਟੀਚਰ ਆਉਂਦੇ ਨੇ। ਅੱਛਾ, ਹਾਂਜੀ 5 ਕ ਆਉਂਦੇ ਆ। ਕਿੰਨਵੀਂ ਤੱਕ ਸਕੂਲ ਆ ਇੱਥੇ? ਸਕੂਲ ਤਾਂ 12ਵੀਂ ਤੱਕ ਹੀ ਤੇ ਹੁਣ 10ਵੀਂ ਤੱਕ ਹੀ ਰਹਿ ਗਿਆ। ਅੱਛਾ, 5 ਕ ਟੀਚਰ ਆਉਂਦੇ ਬੋਰ ਵੱਲੋਂ ਸਾਈਡ ਤੋਂ। ਮੁੰਡਿਆਂ ਦਾ ਤਾਂ ਚਲੋ ਹੋ ਗਿਆ ਵੀ ਜੇ ਕੋਈ ਮਾੜੇ ਮੋਟੇ ਚੰਗੇ ਘਰ ਦੇ ਆਪਣੇ ਸਾਧਨ ਤੇ ਚਲੇ ਜਾਂਦੇ ਆ। ਕੁੜੀਆਂ ਨੂੰ ਜੇ ਵਧੀਆ ਪੜਾਉਣਾ ਹੋਵੇ, ਹਾਇਰ ਐਜੂਕੇਸ਼ਨ ਹੈਗੀ ਆ ਕੁੜੀਆਂ ਦਾ ਕੋਈ ਪ੍ਰਬੰਧ ਇੱਥੇ? ਪ੍ਰਬੰਧ ਹੈ, ਆਉਂਦੇ ਨੇ ਪਰ ਬੁਰਾ ਹਾਲ ਹੀ ਆ, ਮੰਦਾ ਹੀ ਆ। ਨਹੀਂ, ਕੁੜੀਆਂ ਨੂੰ ਜੇ ਤੁਸੀਂ 12ਵੀਂ ਤੋਂ ਅੱਗੇ ਪੜਾਉਣਾ ਹੋਵੇ ਫਿਰ ਤਾਂ ਸ਼ਹਿਰ ਹੀ ਜਾਣਾ ਪਊ। ਇੱਥੇ ਤੇ ਬਾਹਰ ਬੱਚੇ ਤੁਹਾਡੀਆਂ ਕੁੜੀਆਂ ਪੜ੍ਹਦੀਆਂ ਸ਼ਹਿਰ? ਇੱਥੋਂ 20 ਬੱਸਾਂ ਮੈਡਮ ਵੀ ਜਾਂਦੀਆਂ। ਹਾਂ, ਅਸੀਂ ਗਰੀਬਾਂ ਨੇ ਕੀ ਪੜਾਉਣਾ? ਸਾਡੇ ਕੋਲ ਹੋਵੇ ਕੁਝ ਤਾਂ ਅਸੀਂ ਗਾਂਵ ਉੱਤੇ ਜਾਵਾਂਗੇ। ਤਾਂ ਇੱਥੇ ਥੱਲੇ ਨਹੀਂ ਸਾਨੂੰ ਕੋਈ ਪੜਾਉਣ ਡਿਆ, ਤੇ ਉੱਤੇ ਸਾਨੂੰ ਕੌਣ ਪੜਾਊਗਾ? ਸਾਡੇ ਕੋਲ ਪੈਸਾ ਹੋਵੇ, ਸਾਡੇ ਕੋਲ ਨਾਵਾਂ ਹੋਵੇ, ਅਸੀਂ ਤਾਂ ਇਹਨਾਂ ਤਗੜਿਆਂ ਦੇ ਜਵਾਕ ਜਾਂਦੇ, ਸਾਡੇ ਵੀ ਨਾਲ ਜਾਣ। ਕਰਦੇ ਕੀ ਜੇ? ਮਜ਼ਦੂਰੀ ਕਰਦੇ, ਦਿਹਾੜੀ ਕਰਦੇ। ਤੇ ਕਿੰਨੇ ਪੈਸੇ ਮਿਲ ਜਾਂਦੇ ਰੋਜ਼? 300 ਰੁਪਇਆ ਦਿਹਾੜੀ ਮਿਲਦੀ ਸਰਦਾਰ ਜੀ।
ਅੱਛਾ 300 ਮਿਲਦੇ ਘਰ ਦਾ ਗੁਜ਼ਾਰਾ ਹੋ ਜਾਂਦਾ ਨਹੀਂ ਹੁੰਦਾ ਸਰਦਾਰ ਜੀ, ਆਪਦਾ ਨਹੀਂ ਹੁੰਦਾ ਤੇ ਘਰਦਿਆਂ ਦਾ ਕਿੱਥੋਂ ਹੋਣਾ? ਭਾਈ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਇੱਕ ਸਰਹੱਦੀ ਏਰੀਆ ਹੈ, ਤੁਸੀਂ ਬਿਲਕੁਲ ਸਰਹੱਦ ਦੇ ਉੱਤੇ ਬੈਠੇ ਆ, ਤੇ ਆਮ ਤੌਰ ਤੇ ਤਾਂ ਕਿਹਾ ਜਾਂਦਾ ਵੀ ਸਾਡੇ ਆਪਣੇ ਆ ਤੇ ਉਹਨਾਂ ਦੇ ਵਿਕਾਸ ਲਈ ਅਸੀਂ ਜ਼ਿਆਦਾ ਕੋਸ਼ਿਸ਼ ਕਰਦੇ ਆ, ਫਿਰ ਤੁਹਾਨੂੰ ਉਹ ਤਾਂ ਹਰ ਵਾਰੀ ਵਾਅਦਾ ਕਰਕੇ ਆਉਂਦੇ ਹੋ, ਕਹਿੰਦੇ ਜ਼ਿਆਦਾ ਵਿਕਾਸ ਹੋਇਆ ਇੱਥੇ ਤਾਂ ਤੇ ਪੈਸੇ ਬਹੁਤ ਹੁੰਦੇ। ਕਹੇ ਹੀ ਜਾਂਦਾ ਨਾ, ਦੇ ਕੇ ਤੇ ਨਾ ਕੋਈ ਜਾਂਦਾ, ਕਹੇ ਕੇ ਹੀ ਜਾਂਦਾ, ਸਿਰਫ ਕਹਿ ਜਾਂਦਾ ਹੈ ਵੀ ਮੈਂ ਤੇਰਾ ਵਾਦਾ ਫਲਾਣਾ ਪੂਰਾ ਕਰੂੰ, ਟਿਮਕੜਾ ਕਰੂੰ, ਕਹਿ ਕੇ ਚਲੇ ਜ਼ਰੂਰ ਜਾਂਦੇ ਆ, ਤੇ ਪਰ ਮੈਂ ਗਰੀਬ ਦੀ ਕੋਈ ਮਜ਼ਦੂਰੀ ਨਹੀਂ ਸੁਣਦੇ। ਕੋਈ ਗਲੀ ਤਾਂ ਬਣੀ ਹੋਊਗੀ ਪਿੰਡ ਦੀ? ਕੋਈ ਗਲੀ ਕੋਈ ਵੀ ਨਹੀਂ ਬਣੀ। ਵੇਖ ਲਿਓ ਤੁਸੀਂ ਹੁਣ ਪਿੰਡ ਫਿਰਨਾ, ਜੇ ਮਜ਼ਦੂਰਾਂ ਦੀ ਕਣਕ ਆਉਂਦੀ ਆ, ਉਹ ਕਣਕ ਵੀ ਸਾਰੀ ਖਾ ਜਾਂਦੇ ਆ। ਹਾਂ, ਕੋਈ ਮਜ਼ਦੂਰ ਕਿਸੇ ਨੂੰ ਕੋਈ ਆਖੇ ਵੀ ਮੈਨੂੰ ਬਾਹ ਖੜੀ ਕਰਕੇ ਆਖੇ ਵੀ ਮੈਂ ਮਜ਼ਦੂਰ ਕਣਕ ਪੂਰੀ ਆਪਦੀ ਲੈ ਕੇ ਆਉਣਾ। ਕੌਣ ਖਾ ਜਾਂਦਾ ਕਣਕ? ਕੌਣ ਖਾਂਦਾ? ਖਾਂਦੇ ਡੀਪੂ ਵਾਲੇ, ਜਿਨ੍ਹਾਂ ਨੂੰ ਮਿਲਦੀ ਆ ਤੇ ਜਿਨ੍ਹਾਂ ਵੰਡਣੀ ਆਣ ਕੇ। ਤੁਹਾਨੂੰ ਤਾਂ ਸਾਰਿਆਂ ਨੂੰ ਪਤਾ ਵੀ ਡਿਪੂ ਵਾਲੇ ਖਾਂਦੇ, ਪਰ ਤੁਸੀਂ ਕਹਿੰਦੇ ਨਹੀਂ ਕੁਝ ਉਹਨਾਂ ਨੂੰ? ਅਸੀਂ ਤਾਂ ਸਾਡੇ ਮਾੜਿਆਂ ਦੀ ਕੌਣ ਸੁਣਦਾ ਸਰਦਾਰ ਜੀ? ਨਹੀਂ ਸੁਣਦਾ, ਗਰੀਬਾਂ ਦੀ ਸਾਡੀ ਕੋਈ ਨਹੀਂ ਜੀ ਸਹਾਇਤਾ ਸੁਣਦਾ। ਵੋਟਾਂ ਪਾਉਣ ਬਾਰੇ ਕੀ ਖਿਆਲ ਆ ਫਿਰ? ਵੋਟਾਂ ਜਿੱਥੋਂ ਤੁਸੀਂ ਆਖੋਗੇ ਅਸੀਂ ਤੁਹਾਡੇ ਨਾਲ ਤਿਆਰ ਹਾਂ ਜੀ। ਅੱਛਾ, ਹਾਂਜੀ ਬਿਲਕੁਲ, ਹਾਂ ਤਿਆਰ ਜਿੱਥੇ ਤੁਸੀਂ ਆਖੋਗੇ। ਕੋਈ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿਰਸਾ ਸਿੰਘ ਵਲਟੋਹਾ ਜੀ ਰਹੇ ਆ, ਹੁਣ ਭੁੱਲਰ ਸਾਹਿਬ ਆ, ਕੋਈ ਤਾਂ ਕਿਸੇ ਨੇ ਤਾਂ ਥੋੜਾ ਬਹੁਤ ਕੰਮ ਕੀਤਾ ਹੋਊਗਾ ਕਿ ਨਹੀਂ? ਕਿਸੇ ਨਹੀਂ ਕੀਤਾ ਜੀ ਨਾ। ਹੁਣ ਇੱਧਰ ਆ ਗੱਲ, ਇੱਕ ਮਿੰਟ ਜੀ, ਇੱਕ ਮਿੰਟ ਭੈਣ ਜੀ, ਇੱਧਰ ਆ। ਇੱਥੇ ਕੋਠਾ ਉਹਦਾ ਪੈ ਗਿਆ ਏ, ਜਿਹਦਾ ਮਾੜਾ ਜਿਹਾ ਛਿੱਤਰ ਕਾਇਮ ਸੀ, ਤੇ ਦੂਜੇ ਨੂੰ ਉਹਨਾਂ ਨੇ ਇਹਨੂੰ ਬਾਹਰ ਕੱਢ ਕੇ ਮਾਰਿਆ, ਤੇਰਾ ਕੋਠਾ ਹੀ ਨਹੀਂ ਆਇਆ। ਅੱਛਾ, ਹਾਂਜੀ ਅੱਛਾ, ਹਾਂਜੀ। ਇੱਥੇ ਮਾਮਾ ਵੀ ਮੌਜੂਦ ਆ, ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ। ਮਾਂ, ਕੀ ਹਾਲਾਤ ਆ ਪੰਜਾਬ ਦੇ ਵਿੱਚ? ਕਹਿੰਦੇ ਆ ਵੀ ਵਿਕਾਸ ਦੀ ਲਹਿਰ ਚੱਲੀ ਆ ਸਾਰੇ ਦੇ ਸਾਰੇ ਵੋਟਾਂ ਦੇ ਵਿੱਚ। ਉਹ ਕਹਿੰਦੇ ਆ ਵੀ ਪੰਜਾਬ ਅਸੀਂ ਪੱਕੀਆਂ ਸੜਕਾਂ, ਪੱਕੀਆਂ ਗਲੀਆਂ ਕਰਤੀਆਂ ਪਿੰਡਾਂ 'ਚ। ਵੇਖੋ ਮਾਸਟਰ ਜੀ, ਵੇਖੋ ਡਾਕਟਰ, ਹਾਂ ਵੇਖੋ ਤੁਹਾਡੀ ਗਲੀ ਪੱਕੀ ਆ? ਆ ਮੇਰੇ ਦੋਤੇ ਆ, ਐਡੇ ਜਦੋਂ ਦਾ ਪਿਓ ਮੇਰਾ 6-7 ਸਾਲਾਂ ਦਾ ਹੋ ਗਿਆ, ਅੱਜ ਤੱਕ ਬੈਠਾ ਨਹੀਂ ਕਿਸੇ ਲਵਾਈ ਲਾਈ ਵੀ। ਅੱਛਾ, ਆਹੋ। ਤੇ ਸੌਦਾ ਮਿਲ ਜਾਂਦਾ ਪੂਰਾ? ਸੌਦਾ ਸਾਨੂੰ ਕਿਹਨੇ ਦੇਣਾ? ਕਣਕ ਪਾਈ ਜਾਣੀ ਮੈਨੂੰ ਅੱਜ ਸਰਕਾਰ ਵੱਲੋਂ। ਅੱਛਾ, ਮਿਲਦੀ ਆ ਨਾ ਕਣਕ, ਤੇ ਮੈਨੂੰ ਪਾ ਕੇ ਕਣਕ ਸਰਕਾਰ ਨੇ ਨਹੀਂ ਦਿੱਤੀ ਵੀ। ਅੱਛਾ, ਨਾ ਦੂਜੀ ਤੇ ਨਾ ਦੂਜੀ, ਆਂਦੇ ਹੈਗੀ ਨਹੀਂ, ਸਾਡਾ ਨਾ ਹੀ ਆਣੀ ਵੋਟਾਂ 'ਚ। ਤੇ ਹੁਣ ਵੋਟਾਂ 'ਚ ਨਾ ਆ ਜਾਣਾ, ਹੁਣ ਆਉ ਬੜੀ ਛੇਤੀ ਨਾ ਆਉ ਹੁਣ ਸਾਡਾ। ਫਿਰ ਤੁਸੀਂ ਪੁੱਛੋਗੇ ਨਹੀਂ ਕੁਛ ਉਹਨਾਂ ਨੂੰ? ਮੈਂ ਕਿਉਂ ਨਹੀਂ ਪੁੱਛਣਾ ਕਿਹਨੂੰ? ਜਦੋਂ ਵੋਟਾਂ ਮੰਗਣ ਆਉਣਗੇ ਤੁਹਾਡੇ ਬੂਹੇ? ਪੁੱਛਣਾ ਤੇ ਉਹਨਾਂ ਆਖਣਾ ਮਿੱਠੇ ਛਿਪਲੇ ਹੋ ਕੇ ਦੂਜਾ ਗਾ ਤੀਜਾ ਗਾ, ਕੋਈ ਨਹੀਂ, ਚਲੋ ਠੀਕ ਆ, ਇਹੋ ਕੁਛ ਹੀ ਆ ਨਾ। ਇਹ ਹੁਣ 4 ਦਿਨ ਉਹਨਾਂ ਆਉਣਾ, ਵੇਖੋ ਆ ਜੋ ਆ ਚੱਲ, ਮੁੜ ਕੇ ਕਿਹਨੇ ਪੁੱਛਣਾ? ਮਾੜੇ ਨੂੰ ਤੇ ਉੱਕਾ ਨਹੀਂ ਪੁੱਛਦਾ, ਤੇ ਚਮਚਾ ਪੁੱਛ ਲੈਂਦਾ ਈ। ਅੱਛਾ, ਆਹੋ, ਨਹੀਂ ਠੀਕ ਹੈ ਗੱਲ। ਕੋਈ ਇੱਕ ਗਲੀ, ਕੋਈ ਬਲਬ ਲੱਗਿਆ ਹੋਊਗਾ ਮਾੜਾ ਮੋਟਾ? ਤੇ ਮੈਂ ਤਾਂ ਨਹੀਂ, ਤੁਸੀਂ ਘੁੰਮ ਕੇ ਵੇਖੋ, ਤੇ ਮੇਰੇ ਪੁੱਛਣ ਤੇ ਕੋਈ ਤਾਂ ਲੋੜ ਨਹੀਂ, ਘੁੰਮੋ ਤੁਸੀਂ ਵੇਖੋ। ਸੋ ਆ ਹਾਲਾਤ ਆ ਜੀ ਬਣੇ ਹੋਏ, ਇਹ ਹਾਲਾਤ ਆ। ਕੁਝ ਹੋਰ ਲੋਕਾਂ ਨਾਲ ਗੱਲਬਾਤ ਕਰਦੇ ਆ। ਪਿੰਡ ਦੇ ਵਿੱਚ ਗਾਰਾ ਹੈ ਔਰ ਹਨੇਰਾ ਪੱਸਰ ਚੁੱਕਿਆ ਹੋਇਆ, ਤੇ ਦੇਖ ਸਕਦੇ ਆ ਆਸ-ਪਾਸ ਲਾਈਟ ਕੋਈ ਵੀ ਨਹੀਂ ਆ। ਇਸ ਪਿੰਡ ਦੀ ਕਿਸੇ ਵੀ ਗਲੀ ਦੇ ਵਿੱਚ ਨਾ ਗਲੀ ਬਣੀ ਹੋਈ ਆ ਤੇ ਨਾ ਲਾਈਟ। ਜਗਰੂਪ ਦੋਨੇ ਪਾਸੇ ਦਿਖਾ ਦਿਵੋ ਪਲੀਜ਼। ਵਾਂ ਪਿੰਡ ਦੀ ਜਿਹੜੀ ਖਾਸੀਅਤ ਹੈ, ਜਿਸ ਗਲੀ ਦੇ ਬਾਰੇ ਚ ਜ਼ਿਕਰ ਕਰ ਰਹੇ ਸੀ ਵੀ ਇੱਕ ਗਲੀ ਬਣੀ ਆ, ਜਗਰੂਪ ਮਾੜੀ ਇਹ ਦਿਖਾ ਦਵੋ ਤੇ ਉਹ ਗਲੀ ਕਿੱਥੇ ਆ ਕੇ ਖਤਮ ਹੋ ਜਾਂਦੀ ਹੈ। ਅਸੀਂ ਉੱਥੇ ਖੜੇ ਹੋਏ ਆ, ਔਰ ਜਿਹੜੀ ਖਾਸ ਗੱਲ ਆ ਇਸ ਪਿੰਡ ਦੀ ਕਿ ਪਿੰਡ ਦੇ ਲੋਕ ਇਸ ਹੱਦ ਤੱਕ ਪਰੇਸ਼ਾਨ ਆ ਕੱਚੀਆਂ ਗਲੀਆਂ ਤੋਂ। ਤੇ ਇਸ ਬੱਚੇ ਨੂੰ ਮੈਂ ਜ਼ਰੂਰ ਦਿਖਾਉਣਾ ਚਾਹੁੰਦੀ ਆ ਕਿ ਜਦੋਂ ਹੀ ਅਸੀਂ ਸ਼ੂਟ ਕਰ ਰਹੇ ਸੀ, ਇਹ ਬੱਚਾ ਪਤਾ ਨਹੀਂ ਕਿੱਥੋਂ ਤੱਕ ਭੱਜਦਾ ਹੋਇਆ ਸਾਡੇ ਕੋਲੇ ਆਇਆ। ਜਦੋਂ ਇਹਨੂੰ ਲੱਗਿਆ ਕਿ ਮੇਰੀ ਗਲੀ ਇਹਨਾਂ ਨੇ ਦਿਖਾਈ ਨਹੀਂ, ਤੇ ਜਾ ਕੇ ਆਪਣੇ ਬੇਜੀ ਨੂੰ ਬਿਸਤਰੇ 'ਚ ਉਠਾ ਕੇ ਸਾਡੇ ਕੋਲੇ ਲੈ ਕੇ ਆਇਆ ਕਿ ਸਾਡੀ ਗਲੀ ਵੀ ਦਿਖਾ ਦਵੋ। ਸੋ ਇਸ ਬੱਚੇ ਦਾ ਵੀ ਥੈਂਕ ਯੂ ਕਰਦੀ ਹਾਂ ਕਿ ਮੈਨੂੰ ਉਸ ਗਲੀ ਦੇ ਦਰਸ਼ਨ ਜ਼ਰੂਰ ਕਰਾਉਣ ਲੈ ਆਇਆ, ਜਿਹੜੀ ਗਲੀ ਪੱਕੀ ਬਣੀ। ਤੇ ਅੱਗੇ ਮੈਂ ਚਾਹੁੰਦੀ ਹਾਂ ਜਗਰੂਪ ਦਿਖਾ ਦਵੋ ਕਿ ਗਲੀ ਦਾ ਹਾਲ ਕੀ ਹੈ। ਕੁਝ ਹਨੇਰਾ ਹੋ ਗਿਆ, ਔਰ ਇਹ ਉਹ ਗਲੀ ਹੈ ਕਿ ਜ਼ਰਾ ਕੁ ਮੀਂਹ ਪੈ ਜਾਵੇ, ਸ਼ਾਇਦ ਬਿਨਾਂ ਮੀਂਹ ਦੇ ਸੁੱਕੀ ਗਲੀ ਦੇ ਵਿੱਚੋਂ ਵੀ ਲੰਘ ਨਹੀਂ ਸਕਦੇ। ਮਾਂ, ਤੁਹਾਡੇ ਪਿੰਡ 'ਚ ਕਿੰਨੀਆਂ ਗਲੀਆਂ ਬਣੀਆਂ ਟੋਟਲ ਸਾਨੂੰ ਤਾਂ ਨਹੀਂ ਪਤਾ। ਸਾਡੇ ਤੇ ਆ ਮੇਨ ਮੁੱਦਾ, ਸਾਡੇ ਬੂਹੇ ਨੂੰ ਸਾਹਮਣੇ ਗਲੀ ਬਣੀ ਆ। ਅਸੀਂ ਬਹੁਤ ਤਰਲੇ ਲਾਏ ਆ ਜਾ ਕੇ ਸਰਪੰਚਾਂ ਦੇ ਵੀ ਸਾਡੀ ਗਲੀ ਬਣਾ ਦਿਓ, ਤੇ ਉਹ ਆਂਦੇ ਜਦੋਂ ਗਲੀ ਤੁਹਾਡੀ ਬਣੀ ਹੈ ਸਰਕਾਰੀ ਹੋ ਜਾਣੀ ਆ, ਕਿ ਤੁਹਾਡੀ ਗਲੀ ਨਹੀਂ ਬਣ ਸਕਦੀ। ਕਿ 2 ਇਲੈਕਸ਼ਨ ਅਸੀਂ ਇਹਨਾਂ ਦੇ ਨਾਲ ਲੜੇ ਆ, ਕਿ ਪਹਿਲੇ ਇਲੈਕਸ਼ਨਾਂ ਵਾਰੀ ਤੇ ਸਾਡੇ ਬੇਟੇ ਨਿੱਕੇ ਸੀ, ਅਸੀਂ ਜੋ ਸਾਡਾ ਜੀ ਕਰਦਾ ਅਸੀਂ ਕਰ ਲੈਨੇ ਆ। ਐਰਕਿੰ ਦੀ ਜਿਹੜਾ ਗਰਚੇਤ ਵਾਲਾ ਇਲੈਕਸ਼ਨ ਉਹ ਵੀ ਇਹਨਾਂ ਦੇ ਨਾਲ ਅਸੀਂ ਲੜੇ ਸਾਂ, ਕਿ ਜਿਹੜਾ ਦੂਸਰਾ ਇਲੈਕਸ਼ਨ ਸੀ ਉਹ ਵੀ ਮੇਰਾ ਬੇਟਾ ਡਬਈ ਗਿਆ ਵਾ, ਉਹ ਵੀ ਇਹਨਾਂ ਦੇ ਨਾਲ ਲੜਿਆ ਸੀ। ਤੇ ਦੂਸਰੀ ਗੱਲ, ਇਹਨਾਂ ਸਾਡੀ ਕੋਈ ਸੁਣੀ ਨਹੀਂ ਜਨਾਨੀਆਂ ਦੀ। ਸਾਡੀ ਗਲੀ ਦੇ ਵਿੱਚ ਬਹੁਤ ਪਾਣੀ ਖਲੋਤਾ ਵਾ, ਸਾਡੇ ਅਸੀਂ ਬਹੁਤ ਤਰਲੇ ਲਾਏ, ਸਗੋਂ ਗਾੜੀਆਂ ਚਿੱਗਾਂ ਕਰਦੇ ਆ ਘਰ ਗਿਆਂ ਨੂੰ ਕਿ ਬਣਾਈ ਜਾਊ, ਬਣ ਜੂ, ਨਹੀਂ ਤੇ ਨਹੀਂ ਸਹੀ। ਵੇਖੋ ਪੁਲੀ ਵੀ ਨਹੀਂ ਬਣੀ। ਤੇ ਫਿਰ ਇਹਦਾ ਮਤਲਬ ਮਾਂ, ਜੇ ਗਲੀਆਂ ਨਹੀਂ ਬਣੀਆਂ ਫਿਰ ਨਾਲੀਆਂ ਨੂਲੀਆਂ ਦਾ, ਘਰਾਂ ਦੇ ਪਾਣੀ ਪੂਣੀ ਦਾ ਕੀ? ਨਹੀਂ, ਜਿਹੜੇ ਇੱਕ ਦਾ ਦੂਜੇ ਨਾਲ ਸਹਿਮਤ ਰਹਿੰਦੇ ਉਹਨਾਂ ਦਾ ਸਾਰਾ ਕੁਝ ਹੀ ਬਣਿਆ ਵਾ।
ਕਿ ਮਾੜੇ ਮਾਤੜ ਦੀ ਕੋਈ ਗੱਲ ਨਹੀਂ ਸੁਣਦਾ ਸਾਡੇ ਪਿੰਡ ਦੇ ਵਿੱਚ ਸ਼ੁਰੂ ਤੋਂ ਹੀ, ਅੱਜ ਨਹੀਂ, ਸ਼ੁਰੂ ਤੋਂ ਹੀ ਨਹੀਂ ਕੋਈ ਸੁਣਦਾ। ਤੁਸੀਂ ਬਾਰਡਰ ਦੇ ਜਮਾਂ ਉੱਤੇ ਬੈਠੇ ਹੋਏ ਆ, ਹੋਰ ਕੀ ਕੀ ਦਿੱਕਤਾਂ ਆਉਂਦੀਆਂ ਬੱਚਿਆਂ ਦਾ, ਪੜ੍ਹਾਈ ਲਿਖਾਈ ਦਾ, ਕੋਈ ਸਕੂਲਾਂ ਦਾ ਵਧੀਆ ਕੋਈ ਸਾਡੇ ਸਕੂਲ ਨਹੀਂ, ਕੋਈ ਸਾਡੀਆਂ ਬੇਟੀਆਂ ਵਾ ਮਟਿਆਰਾਂ ਜਾਣਾ ਪੜਨ ਭਿੱਖੀ ਵੰਡ ਜਾਂਦੀਆਂ, ਸਾਡੇ ਕੋਈ ਸਕੂਲ ਨਹੀਂ, ਕੋਈ ਸਹੂਲਤ ਨਹੀਂ। ਜਦੋਂ ਇਲੈਕਸ਼ਨ ਆਉਂਦਾ ਵਾ ਉਦੋਂ 40-40 50-50 ਘਰ ਇਕੱਠੇ ਕਰਕੇ ਵੋਟਾਂ ਲੈ ਲੈਂਦੇ ਆ। ਕੋਈ ਮਾੜਾ ਗਰੀਬ ਜਿੱਦਾਂ ਵੀ ਕਿਸੇ ਦੀ ਮਜਬੂਰੀ ਹੁੰਦੀ ਕੋਈ ਕਰ ਲੈਂਦਾ, ਗਾੜੀ ਜੋ ਇਹ ਜਾਣਨ ਤੇ ਇਹਨਾਂ ਦਾ ਕੰਮ ਜਾਣੇ ਸਰਪੰਚਾਂ ਮੈਂਬਰਾਂ ਦਾ ਹੀ। ਭਿੱਖੀਵਿੰਡ ਤੁਹਾਨੂੰ ਇੱਥੋਂ ਕਿੰਨੀ ਦੂਰ ਪੈਂਦਾ ਤੇ ਬੱਸਾਂ ਬੁੱਸਾਂ ਦਾ ਪ੍ਰਬੰਧ? ਹਾਂ, ਬੱਸਾਂ ਦਾ ਸਾਡੇ 25 ਰੁਪਏ ਕਿਰਾਇਆ ਲੱਗਦਾ ਭਿੱਖੀਵਿੰਡੋਂ। ਸਾਡੀਆਂ ਬੇਟੀਆਂ ਜਿਹੜੀਆਂ ਉਹ ਬੜੀ ਮੁਸ਼ਕਲ ਨਾਲ ਪੜਨ ਜਾਂਦੀਆਂ ਵਾ। ਪਿੱਛੇ ਤਾਂ ਸੁਣਿਆ ਕਹਿੰਦੇ ਵੀ ਬੱਸਾਂ ਵੀ ਟਾਈਮ ਨਾਲ ਨਹੀਂ ਆਉਂਦੀਆਂ। ਟਾਈਮ ਨਾਲ ਆਉਂਦੀਆਂ, ਅਸੀਂ ਘਰ ਘਰ ਤੋਂ ਬੱਸਾਂ ਕੁੜੀਆਂ ਦੀਆਂ ਲਾਈਆਂ ਵਾ। ਕੁੜੀਆਂ ਪਰੇਸ਼ਾਨ ਹੋ ਕੇ ਕਈ ਆਪਦੀਆਂ ਗੱਡੀਆਂ ਤੇ ਵੀ ਛੱਡ ਕੇ ਆਉਂਦੇ ਆ ਬੇਟੀਆਂ ਨੂੰ। ਅਸੀਂ ਪੜਾਉਣਾ ਤੇ ਹੈਗਾ ਹੀ ਅਸਕਰ। ਹਾਂ, ਤੇ ਸਾਡਾ ਬਹੁਤ ਹਾਲਾਤ ਖਰਾਬ ਹੈਗਾ ਵਾ। ਤੇ ਨਸ਼ਿਆਂ ਦੇ ਮਾਮਲੇ 'ਚ ਕਿਵੇਂ ਆ ਪਿੰਡ ਦੇ ਮਾਮਲੇ 'ਚ ਵੀ ਬਹੁਤ ਤੇਜ਼ ਤੋਂ ਤੇਜ਼। ਹਾਂ, ਤੇਜ਼ ਤੋਂ ਹਾਂ, ਬਹੁਤ ਜ਼ਿਆਦਾ ਖਰਾਬ ਆ ਹਾਲਾਤ। ਹਾਂ, ਬਹੁਤ ਜਿਹੜੇ ਕੋਈ ਸਰਦਾਰ ਆ, ਕਈ ਨਹੀਂ ਵੀ ਕਰਦੇ, ਕਈ ਜਿਨ੍ਹਾਂ ਦੇ ਗਰੀਬਾਂ ਦੇ ਧੀਆਂ ਪੁੱਤਾਂ ਨੇ ਵਾਧੂ ਲਾਏ ਨਸ਼ੇ। ਹਾਂ, ਤੁਹਾਡੀ 10 ਸਾਲ ਵਿਰਸਾ ਸਿੰਘ ਵਲਟੋਹਾ ਐਮਐਲਏ ਰਹੇ ਆ, ਉਸ ਤੋਂ ਬਾਅਦ ਭੁੱਲਰ ਸਾਹਿਬ ਆ, ਕਿਸੇ ਨੇ ਤਾਂ ਕੋਈ ਸਾਡੀ ਮੇਰੀ ਗੱਲ ਸੁਣੋ, ਗਰੀਬਾਂ ਦੀ ਤੇ ਭੁੱਲਰ ਸਾਹਿਬ ਤੱਕ ਤੇ ਵਿਰਸੇ ਤੱਕ ਕੋਈ ਗੱਲ ਹੀ ਨਹੀਂ ਬਣਦੀ। ਕਿ ਸਾਨੂੰ ਤੇ ਜਿਹੜੇ ਪਿੰਡ ਦੇ ਮੁਖੀ ਆ ਇਹੋ ਹੀ ਖਾ ਲੈਂਦੇ ਆ ਪਹਿਲੋਂ, ਕਿ ਸਾਨੂੰ ਬੰਨ ਕੇ ਖਿਲਾਰ ਲੈਂਦੇ ਆ। ਅਸੀਂ ਕਿਸੇ ਦਾ ਜਾ ਹੀ ਨਹੀਂ ਸਕਦੇ ਗਰੀਬ, ਕਿ ਅਸੀਂ ਵੋਟਾਂ ਇਹਨਾਂ ਨੂੰ ਦਿੱਤੀਆਂ, ਇਹਨਾਂ ਤੋਂ ਹੀ ਕੰਮ ਲੈਣੇ। ਵਲਟੋਹਾ ਸਾਹਿਬ ਕਹਿੰਦੇ ਵੀ ਮੈਨੂੰ ਤਾਂ ਕੋਈ ਅੱਧੀ ਰਾਤ ਨੂੰ ਫੋਨ ਕਰੇ ਮੈਂ ਤਾਂ ਉਹਨਾਂ ਦਾ ਵੀ ਚੱਕਦਾ, ਮੈਂ ਆਪਣੇ ਲੋਕਾਂ ਦੇ ਨਾਲ ਇਸ ਹੱਦ ਤੱਕ ਜੁੜਿਆ ਹੋਇਆ, ਉਹਨਾਂ ਦੇ ਦੁੱਖ ਸੁੱਖ ਦਾ ਸਾਂਝੀ। ਇੱਥੇ ਤੇ ਇੱਕ ਤੋਂ ਦੂਜੀ ਵਾਰ ਕਿਸੇ ਦੇ ਘਰ ਚਲ ਜੀਏ ਤੇ ਆ ਦਿੰਦੇ ਸਾਡੇ ਵਾਸਤੇ ਗਲਤ ਬੋਲ ਕੇ ਆਏ ਜੇ, ਕਿਉਂ ਗਏ ਜੇ, ਫਲਾਨੇ ਘਰ ਕਿਉਂ ਗਏ ਜੇ, ਕਿਉਂ ਆਏ ਜੇ। ਤੇ ਸਰਪੰਚ ਗਾੜੀਆਂ ਸਗੋਂ ਗਾੜੀਆਂ ਗੱਲਾਂ ਕਰਦੇ ਆ ਸਾਨੂੰ, ਅਸੀਂ ਤੇ ਕੋਈ ਗੱਲ ਕਹਿ ਨਹੀਂ ਸਕਦੇ। ਤੇ ਆ ਵੇਖੋ ਹੁਣ ਸਾਰੇ ਘਰਾਂ ਦੀਆਂ ਗਲੀਆਂ ਬਣ ਗਈਆਂ, ਪਿੱਛੋਂ ਗਲੀ ਆ ਗਈ ਹੈ ਤੇ ਗਲੀ ਆ ਨਹੀਂ ਸਕਦੀ, ਵਹਿਣੀ ਵੀ ਨਹੀਂ ਬਣੀ ਸਾਡੀ। ਸੋ ਇਹ ਜਿਹੜੇ ਹਾਲਾਤ ਆ ਜੀ, ਜਿਵੇਂ ਇਥੋਂ ਥੋੜੀ ਦੇਰ ਤੇ ਵੱਜਣੀ ਚਾਹੀਦੀ ਸੀ ਨਾ, ਪੁਲੀ ਵੀ ਨਹੀਂ ਸਾਡੀ ਵੱਜੀ। ਆਹ ਹਾਲਾਤ ਹੈ ਜੀ ਇੱਥੇ, ਜਿਵੇਂ ਥੋੜੀ ਕੁ ਦੂਰੀ ਤੇ ਤਾਰ ਲੱਗੀ ਹੋਈ ਹੈ ਸਰਹੱਦ ਦਾ, ਉਵੇਂ ਦਾ ਕੁਝ ਮੰਜ਼ਰ ਇੱਥੇ ਦਿਖਦਾ। ਬਿਲਕੁਲ ਛੋਟਾ ਜਿਹਾ ਪੀਸ ਇੱਕ ਪੂਰੇ ਪਿੰਡ ਦੇ ਵਿੱਚ ਬਣੀ ਹੋਈ ਗਲੀ ਦਾ ਲੱਭਿਆ, ਔਰ ਇਸ ਗਲੀ ਦੇ ਬੜੇ ਚਰਚੇ ਆ ਜੀ। ਵਾਮ ਪਿੰਡ ਦੀ ਇੱਕੋ ਇੱਕ ਗਲੀ ਬਣੀ ਆ ਤੇ ਉਹਦੇ ਵਿੱਚ ਜਿਹੜੀਆਂ ਇਹ ਟਾਈਲਾਂ ਜੇ ਲੋਕਾਂ ਨੇ ਦੇਖਣੀਆਂ ਹੋਣ ਤੇ ਇਸ ਗਲੀ ਦੇ ਵਿੱਚ ਆ ਕੇ ਦੇਖਦੇ। ਅਦਰਵਾਈਜ਼ ਕਿਸੇ ਵੀ ਗਲੀ ਦੇ ਵਿੱਚ ਇੱਕ ਹੋਰ ਜਿਹੜੀ ਖਾਸ ਚੀਜ਼ ਹੈ ਇਸ ਗਲੀ ਦੇ ਵਿੱਚ, ਇਹ ਪੱਕੀ ਆ ਪਰ ਜ਼ਰੂਰ ਇੱਕ ਵਾਰੀ ਦਿਖਾ ਦਿਓ, ਬਲਬ ਇੱਥੇ ਵੀ ਇਸ ਗਲੀ 'ਚ ਵੀ ਨਸੀਬ ਨਹੀਂ ਆ। ਬਲਬ ਦੂਰ ਤੱਕ, ਕੋਈ ਸਟਰੀਟ ਲਾਈਟਾਂ ਦਾ ਕੋਈ ਜ਼ਿਕਰ ਤੱਕ ਨਹੀਂ ਆ। ਔਰ ਗਲੀਆਂ ਪੱਕੀਆਂ ਹੋਣਾ ਇਸ ਪਿੰਡ ਦੇ ਦਿਨ ਰਾਤ ਸੁਪਨਿਆਂ 'ਚ ਹੀ ਆਉਂਦਾ ਕਿ ਪੱਕੀਆਂ ਗਲੀਆਂ ਕਿਵੇਂ ਦੀਆਂ ਹੁੰਦੀਆਂ, ਉਹ ਕਦੋਂ ਹੋਣਗੀਆਂ। ਬਾਕੀ ਸਾਰੇ ਮਸਲੇ ਤਾਂ ਪਿੱਛੇ ਪਏ ਆ।